जी नाज़रीन अस्सलाम वालेकुम, क्या हाल चाल है? ठीक ठाक है, उम्मीद करता हूँ खैरियत से होगी। अल्हम्दुलिल्लाह भाई मैं भी बिल्कुल ठीक ठाक हूँ, अल्लाह का एहसान है। और मेरे साथ उमैर भाई शामिल हैं। अस्सलाम वालेकुम उमैर भाई। वालेकुम सलाम हाफिज दोस्तों, सुनाओ मेरे बब्बर शेर ਵੀਵਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ? ਸਾਰੇ ਠੀਕ ਠਾਕ? ਹੋਰ ਸਿਹਤਾਂ ਬੀਤਾਂ ਹੀ ਸੁਣਾਓ। ਅੱਜ ਅਸੀਂ ਹਾਫਿਜ਼ ਹੋਣਾ ਦੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਦੁਬਾਰਾ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਗਏ ਹਾਂ। हाजिर हो गए हैं। तो आप सुनाएं जनाब, बहुत शुक्रिया, थैंक यू कि आप भाई जो है वो इतना प्यार दे रहे हैं, उमैर भाई की वीडियोस को लाइक कर रहे हैं। ख़ास तौर पर इनको टिकटॉक पे आप फॉलो कर रहे हैं। वो कहते हैं कि यार अफजा मुझे सारा दिन जो है ना वो दोस्तों के टिकटॉक पे मैसेज आते हैं, कॉल्स आती हैं, तो उमैर भाई आपका टिकटॉक हमने लिया, आपकी वीडियो देखी यूट्यूब पर, प्लीज़ हमें एजेंट का नंबर दे दें। वो कहते मुझे सारा दिन रात, पहले तो मैं टिकटॉक पे लग रहता था, अब मैं आपके व्यूज़ जो है ना उनको रिप्लाई करने में मसरूफ़ रहता हूँ। तो बहुत शुक्रिया, थैंक यू कि आपने टिकटॉक पे जो उमैर भाई को फॉलो किया। जट जट 786 यू जट 786 यू इनका टिकटॉक है। तो मज़ीद उसका जो लिंक है वो डिस्क्रिप्शन में आपको मिल जाएगा। उमैर भाई को टिकटॉक पे फॉलो कर लें इनकी प्यारी प्यारी मज़ेदार बातें सुनने के लिए और इनकी वीडियोस देखने के लिए। तो चलो शुरू करते हैं बिला तमहीद तखीर उमैर भाई की स्टोरी कि ये कैसे पाकिस्तान से यूनान तक तो पहुंच गए थे। अब इनका यूनान में रह के जो इन्होंने काम किया उस पर डिस्कशन करते हैं। तो ਹਾਫਿਜ਼ ਜੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਦੋਸਤਾਂ ਨੂੰ ਤੇ ਉਹ ਮੈਂ ਦੇ ਸਕਣਾ ਤੁਹਾਡੇ जी जी बिल्कुल ਦੋਸਤੋ ਤੁਹਾਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ, ਜਿਹੜੇ ਮੇਰੇ ਵੀਰ ਭਰਾ ਦੁਬਈ ਦੇ ਵਿੱਚ ਨੇ, ਸਾਊਦੀਆ ਦੇ ਵਿੱਚ ਨੇ, ਜਿਹੜੇ ਆਂਦੇ ਨੇ ਅਸੀਂ ਹੁਣ ਡੇਂਕੀ ਲਾਈਏ ਇਹਨਾਂ ਦਿਨਾਂ ਦੇ ਵਿੱਚ, ਉਹਨਾਂ ਅੱਗੇ ਮੈਂ ਥੋੜਾ ਜਿਹਾ ਕਹਿੰਦਾ ਉਹ ਬੰਦੇ ਹੁਣ ਡੇਂਕੀ ਨਾਲ ਲਾਣ ਠਾਈਏ। ਹੁਣ ਬੜੀ ਜਿਹੀ ਸਖਤੀ ਹੋਈ ਹੈ। ਮੇਰਾ ਸਾਡੇ ਪਿੰਡ ਦਾ ਹਮਦ ਬਾਜੂ ਆ, ਮੇਰਾ ਯਾਰ ਹੈ, ਠੀਕ ਹੈ। ਉਹਨੇ ਡੇਂਕੀ ਲਾਈ ਸੀ 10ਵੇਂ ਕਿ 11ਵੇਂ ਮਹੀਨੇ ਉਹਨੇ ਡੇਂਕੀ ਲਾਈ ਸੀ। ਇਰਾਨ ਦਾ ਉਹਨੇ ਵੀਜ਼ਾ ਲਵਾਇਆ ਸੀ, ਠੀਕ ਹੈ। ਉਹਨੇ ਇਰਾਨ ਦਾ ਵੀਜ਼ਾ ਲਵਾਇਆ, ਉਹ ਇਰਾਨ ਗਿਆ, ਠੀਕ ਹੈ। ਇਰਾਨੋਂ ਉਹ ਤੁਰਕੀ ਗਿਆ, ਪਾਸਪੋਰਟ ਉਹ ਬੰਦੇ ਨੇ ਸੁੱਟਿਆ ਨਹੀਂ ਹੈ, अच्छा ਠੀਕ ਹੈ। ਉਹਨੂੰ ਮੈਂ ਪਾਕਿਸਤਾਨ ਨੂੰ ਸਮਝਾ ਕੇ ਲਈ ਪਾਸਪੋਰਟ ਆਪਣਾ ਸੁੱਟ ਛੜੀ, ਠੀਕ ਹੈ। ਉਹਨੇ ਪਾਸਪੋਰਟ ਨਹੀਂ ਸੁੱਟਿਆ ਹੈ, ਠੀਕ ਹੈ। ਤੁਰਕੀ ਵਾਲਿਆਂ ਉਹਨਾਂ ਫੜਿਆ ਉਹਨਾਂ, ਠੀਕ ਹੈ। ਉਹਨਾਂ ਫੜ ਕੇ ਉਹਨਾਂ ਨੂੰ ਆ ਵੀ ਤੁਹਾਨੂੰ ਪਤਾ ਦੁੱਗ ਬਿਆਸ ਤੋਂ ਅੱਗੇ ਇੱਕ ਕੈਂਪ ਹੈ ਉਸਮਾਨੀਆ ਕੈਂਪ, हाँ उस्मानिया ਉਸ ਕੈਂਪ ਦੇ ਵਿੱਚ ਉਹਨੂੰ ਲੈ ਕੇ 3 ਮਹੀਨੇ ਉਹਨਾਂ ਜਿਹੜਾ ਨਾ ਉਹਨੂੰ ਉੱਥੇ ਰੱਖਿਆ, ਠੀਕ ਹੈ। ਉਸ ਤੋਂ ਬਾਅਦ ਉਹਨੂੰ ਡਿਪੋਰਟ ਕਰ ਛੱਡਿਆ, ਠੀਕ ਹੈ। अच्छा ਤੇ ਫਿਰ ਉਹਨੂੰ ਮੈਂ ਆਖਿਆ ਹਮਦ ਬਾਜਵਾ ਹਈਏ ਡੇਂਕੀ ਨਾਲ ਆ, ਚੰਗਾ ਰਵੇਗਾ। ਕਰੋਨਾ ਆਇਆ, ਸਖਤੀ ਬੜੀ ਹੋਈ, ਤੇ ਉਹਨੇ ਜਿਹੜਾ ਨਾ ਗੱਲ ਉਹਨੇ ਸੁਣੀ ਨਹੀਂ ਹੈ, ਸਹੀ ਹੈ। ਉਹਦੇ ਅੱਬੂ ਹੋਰਾਂ ਜਿਹੜਾ ਨਾ, ਉਹਦੇ ਅੱਬੂ ਦੇ ਯਾਰ ਦੋਸਤ ਹਨ, ਠੀਕ ਹੈ। ਉਹ ਮਤਲਬ ਕਿ ਉਹਨਾਂ ਗੱਲਬਾਤ ਕੀਤੀ ਤੇ ਉਹਨਾਂ ਜਿਹੜਾ ਨਾ ਕਰੋਨਾ ਦੇ ਵਿੱਚ ਆਪਣੇ ਦੋਵੇਂ ਮੁੰਡੇ ਕੱਢ ਛੜੇ। ਇੱਕ ਹਮਦ ਬਾਜਵਾ ਸੀ, ਇੱਕ ਉਹਦਾ ਛੋਟਾ ਭਰਾ ਗੋਗਾ ਸੀ ਥੱਥਾ, ਮੇਰਾ ਯਾਰ। ਉਹ ਦੋਵਾਂ ਹਫਜੀ ਡੈਂਕੀ ਲਾਈਏ ਪੈਦਲ ਦੀ, ਪਾਸਪੋਰਟ ਤੇ ਉਹਨਾਂ ਵੀਜ਼ਾ ਵੂਜ਼ਾ ਕੋਨੇ ਹੀ ਲਵਾਇਆ ਹੈ, ਠੀਕ ਹੈ। ਤੇ ਉਹਨਾਂ ਦੋਸਤੋਂ ਐਂ ਜੀ ਪਾਸਪੋਰਟ ਵੈਸੇ ਕੋਲ ਸੀ ਉਹਨਾਂ ਦੇ? ਪਾਸਪੋਰਟ ਕੋਈ ਚੀਜ਼ ਨਹੀਂ। ਉਹਨਾਂ ਦੇ ਅੱਬੂ ਨੇ ਜਿਹੜਾ ਨਾ ਉਹਨਾਂ ਨੂੰ ਐਂ ਜੀ ਡੈਂਕੀ ਲਵਾ ਛੜੀ। ਤੇ ਹਫਜੀ ਜਿਹੜਾ ਨਾ ਉਹ ਗਏ ਨੇ, ਠੀਕ ਹੈ। ਉਹ ਤੁਰਕੀ ਗਏ ਨੇ, ਠੀਕ ਹੈ। ਪਹਿਲਾਂ ਇਰਾਨ ਰਹੇ ਨੇ ਕੋਈ ਮੇਰੇ ਖਿਆਲ ਨਾਲ 10-12 ਦਿਨ। ਉੱਥੇ ਜਿਹੜਾ ਨਾ ਕਰੋਨਾ ਆ ਗਿਆ ਸੀ ਤੇ ਉਹਨਾਂ ਰੱਖੇ ਹਨ ਸੇਫ ਦੇ ਵਿੱਚ ਬੰਦੇ। ਅੱਛਾ ਹਾਫਿਜ਼ ਉਹ ਤੁਰਕੀ ਪਹੁੰਚੇ ਨੇ, ਦੁੱਗ ਬਿਆਸ ਸੇਫ ਦੇ ਵਿੱਚ ਪਹੁੰਚੇ ਨੇ। ਪਿੱਛੋਂ ਉਹਦੇ ਅੱਬੇ ਨੂੰ ਫੋਨ ਕੀਤਾ, ਠੀਕ ਹੈ। ਉਹਨਾਂ ਆਪਣੇ ਅੱਬੇ ਨੂੰ ਫੋਨ ਕੀਤਾ, ਠੀਕ ਹੈ। ਉਹਨਾਂ ਪੇਮੈਂਟਾਂ ਦਿੱਤੀਆਂ ਨੇ, ਠੀਕ ਹੈ। ਤੇ ਉਹ ਪੈਸੇ ਪੂਸੇ ਉਹਨਾਂ ਦੇਸ਼ਰਾਂ ਨੇ, ਤੁਹਾਨੂੰ ਪਤਾ 1.5-2 ਲੱਖ ਰੁਪਈਆ ਉਹਦਾ ਪਹਿਲਾਂ ਵੀ ਖਰਚਾ ਹੋ ਗਿਆ, ਠੀਕ ਹੈ। ਤੇ ਦੋ ਭਰਾ ਨਿਕਲੇ ਹਨ, 1.5 ਲੱਖ ਰੁਪਈਆ ਲਾ 3-3.5 ਲੱਖ ਰੁਪਈਆ ਬਣਦਾ, ਠੀਕ ਹੈ। ਨਾਲ ਜਿਹੜੇ ਉਹਨਾਂ ਪੈਸੇ ਖੜੇ ਵੱਖਰੇ। ਉਹ ਅਵਾਨ ਸ਼ਹਿਰ ਪਹੁੰਚੇ ਰਾਤੀ, ਉਹਦੇ ਮੇਰੇ ਨਾਲ ਗੱਲ ਹੋਈ ਹੈ, ਮੇਰੇ ਨਾਲ ਹਮਦ ਬਾਜਵਾ ਦੇ ਨਾਲ ਜਿਹੜਾ ਨਾ ਉਹ ਅਵਾਨ ਸ਼ਹਿਰ ਪਹੁੰਚੇ ਨੇ, ਠੀਕ ਹੈ। ਤੁਰਕਿਆਂ ਨੇ ਫੜਿਆ ਇਹਨਾਂ ਨੂੰ, ਤੁਰਕੇ ਦੀ ਫੌਜ ਨੇ ਫੜਿਆ ਉੱਥੋਂ ਪੁਲਿਸ ਵਾਲਿਆਂ ਨੇ। ਉਹਨਾਂ ਇੰਨਾ ਕੁ ਮਾਰਿਆ ਉਹਨਾਂ ਕੋ ਹਫਜੀ ਜਿੰਨਾ ਕੋਈ ਹਿਸਾਬ ਨਹੀਂ ਹੈ। ਉੱਥੋਂ ਕਰੋਨਾ ਆਇਆ ਸੀ, ਠੀਕ ਹੈ। ਤੇ ਉਹ ਆਂਦੇ ਨੇ ਉਹਨਾਂ ਜਿਹੜਾ ਨਾ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਫਿਰ ਉਹਨਾਂ ਇਰਾਨ ਦੇ ਬਾਰਡਰ ਤੇ ਪਿਛਾਂ ਸੱਟਿਆ, ਅੱਛਾ ਜੀ, ਠੀਕ ਹੈ। ਤੇ ਹਫਜੀ ਜਦੋਂ ਉਹਨਾਂ ਪਿਛਾਂ ਸੱਟਿਆ ਤੇ ਉਹਨਾਂ ਇਹ ਗੱਲ ਆਖੀ, ਉਹਨਾਂ ਕਿ ਹਈਏ ਤੁਸੀਂ ਡੈਂਕੀ ਨਾ ਲਾਓ, ਸਹੀ ਹੈ। ਤੁਸੀਂ 2-3 ਮਹੀਨੇ ਸਬਰ ਕਰ ਲਓ, ਕਰੋਨਾ ਖਤਮ ਹੁੰਦਾ ਤੁਹਾਨੂੰ ਅਸੀਂ ਖੁਦ ਬਜ਼ਾਇਦਾ ਬਾਰਡਰ ਦੇ ਉੱਤੇ ਛੱਡ ਕੇ ਆਵਾਂਗੇ। ਅੱਛਾ ਜੀ, ਤੁਰਕੀ ਤੁਰਕੀ ਵਾਲਿਆਂ ਆਖਿਆ ਤੁਹਾਨੂੰ ਯੂਨਾਨ ਦੇ ਬਾਰਡਰ ਤੇ ਛੱਡ ਕੇ ਆਵਾਂਗੇ। ਹਫਜੀ ਹੁਣ ਉਹ ਮੁੰਡਾ ਜਿਹੜਾ ਨਾ ਉਹਦਾ 8-10 ਲੱਖ ਰੁਪਈਆ ਖਰਚਾ ਹੋ ਗਿਆ, ਠੀਕ ਹੈ। ਤੇ ਹੁਣ ਉਹ ਤਫਤਾਨ ਬਾਰਡਰ ਤੇ ਵੀ ਇਸ ਟਾਈਮ ਜਿਹੜਾ ਨਾ ਉਹ ਤਫਤਾਨ ਬਾਰਡਰ ਤੇ ਹੁਣ 10 ਦਿਨ ਰੱਖਣਾ, 15 ਦਿਨ ਰੱਖਣਾ, ਠੀਕ ਹੈ। ਤੇ ਮੈਂ ਇਹ ਮੈਸੇਜ ਦੇਣਾ ਸੀ ਕਿ ਤੁਹਾਡੀ ਮਿਹਰਬਾਨੀ ਹੈ ਜਿਹੜਾ ਨਾ ਇਸ ਦਿਨਾਂ ਦੇ ਵਿੱਚ ਜਿਹੜਾ ਨਾ ਡੇਂਕੀ ਨਾ ਲਾਓ। ਪੈਸੇ ਜਿਹੜੇ ਨੇ ਬਰਬਾਦ ਜਾਣੇ ਜੇ ਤੇ ਕੋਈ ਫਾਇਦਾ ਨਹੀਂ ਜੇ ਹੋਣਾ ਹੈ ਡੇਂਕੀ ਲਾਉਣ ਦਾ, ਠੀਕ ਹੈ। ਤੁਸੀਂ ਫੜ ਵੀ ਕਿਤੇ ਉਹਨਾਂ ਤੁਹਾਨੂੰ ਪਿਛਾਂ ਸੁੱਟ ਛੱਡਣਾ। ਤੇ ਹਫਜੀ ਫਿਰ ਸ਼ੁਰੂ ਕਰੀਏ? ਜੀ ਜੀ ਬਿਲਕੁਲ ਸ਼ੁਰੂ ਕਰੋ। ਹਾਂਜੀ ਹਫਜੀ ਜਦੋਂ ਮੈਂ ਆਇਆ ਨਾ ਉੱਥੇ, ਮਸਲਨ ਕਿ ਮੈਂ ਯੂਨਾਨ ਆਇਆ, ਅੱਗੋਂ ਮੇਰੇ ਮਾਮੇ ਦਾ ਮੁੰਡਾ ਮੈਨੂੰ ਲੈਣ ਆਇਆ, ਠੀਕ ਹੈ। ਮੈਂ ਉੱਥੋਂ ਗਿਆ ਰਿਹਾਇਸ਼ ਦੇ ਵਿੱਚ, ਅੱਗੇ ਅੱਥਾ ਡੌਨ ਸਾਹਿਬ ਖਲੋਤੇ ਹਨ, ਉਹਨਾਂ ਨੂੰ ਮੈਂ ਜੱਫਾ ਪਾ ਕੇ ਮਿਲਿਆ ਵਾਂ, ਠੀਕ ਹੈ। ਅੱਛਾ ਜੀ, ਗੋਸ਼ਤ ਪਕਾਇਆ ਸੀ ਉਹਨੇ ਮੇਰੇ ਸਪੈਸ਼ਲ ਮੇਰੇ ਆਸਿਆ ਹੈ, ਮੇਰਾ ਕਜ਼ਨ ਆ ਰਿਹਾ ਹੈ। ਕਜ਼ਨ ਆ ਗਿਆ। ਹਾਫਿਜ਼ ਮੇਰੀ ਫੁੱਲ ਸਿਹਤ ਡਾਊਨ ਸੀ, ਸੁੱਕੀਆਂ ਮੇਰੀਆਂ ਬਾਹਾਂ, ਮੂੰਹ ਵੀ ਸੁੱਕ ਗਿਆ ਸੀ ਫੁੱਲ। ਮੈਂ ਫੁੱਲ ਮਸਲਨ ਕਿ ਸਮਝੋ ਕਹਿਣ ਹੀ ਮੇਰਾ ਰਾਵਾਂ ਦੇ ਦਾ ਕੁੱਟਿਆ ਮੁੰਡਾ। ਹਾਂਜੀ ਹਾਫਿਜ਼। ਤੇ ਫਿਰ ਹਫਜੀ ਜਦੋਂ ਮੈਂ ਉੱਥੇ ਮਸਲਨ ਕਿ ਆਪਣੇ ਮਾਮੇ ਉੱਥੇ ਮੇਰਾ ਇੱਕ ਵਾਜਦ ਹੀ ਮਾਮੇ ਦੇ ਮੁੰਡੇ ਹਨ ਜਿਹੜੇ, ਇੱਕ ਕਾਮਰਾਨ ਗਿੱਲ ਸੀ, ਇੱਕ ਮੇਰੇ ਖਾਲਾ ਦਾ ਮੁੰਡਾ ਸੀ ਸਊਦ ਗਿੱਲ, ਤੇ ਨਾਲ ਜਿਹੜਾ ਨਾ ਅਤਹਰ ਸੀ ਉਹ ਜਿਹੜਾ ਮੇਰੀ ਖਾਲਾ ਦਾ ਕਜ਼ਨ ਹੈ, ਜਿਹੜਾ ਮੇਰੀ ਖਾਲਾ ਦਾ ਮੁੰਡਾ ਹੋਵੇ। ਫਿਰ ਹਾਫਿਜ਼ ਜਿਹੜਾ ਨਾ ਮੈਂ ਉੱਥੇ ਤਕਰੀਬਨ 10-12 ਦਿਨ ਜਿਹੜਾ ਨਾ ਉੱਥੇ ਮੈਂ ਰਿਹਾ ਵਾਂ, ਠੀਕ ਹੈ। ਮਸਲਨ ਕਿ ਉੱਥੇ 10-12 ਦਿਨ ਜਿਹੜਾ ਨਾ ਮੈਂ ਬਾਹਰ ਨਹੀਂ ਨਿਕਲਿਆ ਹੈ ਘਰੋਂ, ਠੀਕ ਹੈ। ਮੈਂ ਉੱਥੇ ਖਾਂਦਾ ਪੀਂਦਾ ਰਿਹਾ ਵਾਂ। ਤੇ ਮੇਰੀ
ਜਿਹੜਾ ਸੀ ਨਾ ਮੇਰਾ ਵਾਜਦ ਗਿੱਲ ਮਸਲਨ ਜਿਹੜਾ ਮਾਮੇ ਮੇਰੇ ਦਾ ਮੁੰਡਾ ਸੀ ਉਹ ਆਂਦਾ ਤੇਰੀ ਸਿਹਤ ਡਾਊਨ ਹੋ ਗਈ ਤੈਨੂੰ ਸਿਹਤ ਫੜਨ ਲੱਗਿਆ ਤਕਰੀਬਨ ਜਿਹੜਾ ਤੈਨੂੰ 3 ਮਹੀਨੇ ਲੱਗ ਜਾਣੇ ਨੇ। ਅੱਛਾ ਠੀਕ ਆ ਭਾਜੀ 15-20 ਦਿਨਾਂ ਬਾਅਦ ਉਹਨੇ ਵੇਖਿਆ ਮੈਂ ਫੇਰ ਹੋਈਂਦਾ ਉਂਝ ਹੋ ਗਿਆ ਜਿੰਜ ਮੈਂ ਪਾਕਿਸਤਾਨ ਹਵਾ ਹੋਈਂਦਾ ਉਂਝ ਹੋ ਗਿਆ। ਹਾਂ ਫਿਰ ਭਾਜੀ ਜਿਹੜਾ ਨਾ ਮੈਂ ਉੱਥੋਂ ਪਿਛਾਂ ਪੈਸੇ ਪਾਕਿਸਤਾਨ ਦਵਾਏ ਠੀਕ ਹੈ ਵੱਜਦੇ ਮੈਂ ਘਰ ਪੈਸੇ ਦਵਾਏ ਤੇ ਉੱਥੋਂ ਮੈਂ ਜਿਹੜਾ ਨਾ ਪੈਸੇ ਲੈ ਲਏ ਤਕਰੀਬਨ 100 ਥੋੜੇ ਬਹੁਤੇ ਪੈਸੇ ਲਏ ਜਿੰਨਾ ਮੈਂ ਮੋਬਾਈਲ ਲੈਣਾ ਸੀ ਠੀਕ ਹੈ ਤੇ ਮੋਬਾਈਲ ਲਿਆ ਹਾਫਜੀ ਫਿਰ ਜਿਹੜਾ ਨਾ ਜਦੋਂ ਮੈਨੂੰ ਥੋੜੀ ਬਹੁਤੀ ਆਵਾਜ਼ ਲੱਗ ਗਈ ਹੁਣ ਮੈਂ ਕਿਹਾ ਯਾਰ ਫਿਰੀਏ ਟੁਰੀ ਸਾਨੂੰ ਵੀ ਪਤਾ ਲੱਗੇ ਜਨਾਨ ਆਏ ਆ। ਮੈਂ ਮੋਬਾਈਲ ਲਿਆ ਹਾਫਜੀ ਮੈਂ ਘਰ ਗੱਲ ਕੀਤੀ ਅੱਛਾ ਅੰਮੀ ਦੇ ਨਾਲ ਹੀ ਅੱਬੂ ਦੇ ਨਾਲ ਵੀ ਅੱਬਾ ਦੇ ਪੁੱਤਰ ਸ਼ੁਕਰ ਤੂੰ ਪਹੁੰਚ ਗਿਆ ਮੈਂ ਬੜੀਆਂ ਮੁਸ਼ਕਲਾਂ ਕੱਟ ਕੇ ਆਇਆ। ਫਿਰ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਰਬਾਬ ਬਾਜੀਆਂ ਨੂੰ ਮੈਂ ਹਰ ਜੱਟ ਆ ਗਏ ਜਨਾਨ ਦੀਆਂ ਸੜਕਾਂ ਤੇ ਤੇ ਫਿਰ ਆ ਜੀ ਆ ਸਾਮਾ ਜੱਟ ਸੀ ਨਾ ਜਿਹੜਾ ਮੈਨੂੰ ਗੱਲਾਂ ਸੁਣਾਉਂਦਾ ਹੁੰਦਾ ਸੀ ਮੈਂ ਮੂਲੀਆਂ ਪੁੱਟਦਾ ਹਾਂ ਤੇ ਉੱਤੋਂ ਦੀ ਲੰਘ ਜਾਂਦੀਆਂ ਮੈਂ ਹਾਂ ਸਾਮਾ ਜੱਟ ਪਹੁੰਚਿਆ ਵਾਂ ਕਿ ਨਹੀਂ ਜਨਾਨ ਤੂੰ ਆਂਦਾ ਹੈ ਭਾਈ ਜਨਾਨ ਨਹੀਂ ਪਹੁੰਚ ਸਕਦਾ ਮੈਂ ਫਿਰ ਉਹਨੂੰ ਮੈਂ ਹਾਫਜੀ ਛੇੜਨਾ ਕਰਨਾ ਮੈਂ ਸਾਮਾ ਜੱਟ ਇੰਜੀਨੀਅਰ ਹੀ ਉਹ ਠੀਕ ਹੈ ਮੈਂ ਕਿਹਾ ਸਾਮਾ ਜੱਟ ਕੀ ਬਣਿਆ ਜੋ ਡੰਗਰਾਂ ਨੂੰ ਸਹੀ ਗੋਇਆ ਸ਼ੋਇਆ ਸਹੀ ਚੁੱਕਣਾ ਨਾ ਭੋਲਾ ਵੀ ਮਾਰਿਆ ਕਰ ਮੈਂ ਸੁਣਿਆ ਕਿ ਤੂੰ ਗੋਇਆ ਮੈਦਾਨ ਲਈ ਸਾਫ਼ ਕਰਦਾ ਤੇ ਡੰਗਰਾਂ ਨੂੰ ਨਵਾਉਂਦਾ ਕਿਉਂ ਨੇ ਡੰਗਰਾਂ ਨੂੰ ਨਵਾਇਆ ਵੀ ਕਰ ਮੈਂ ਉਹਨੂੰ ਛੇੜਨਾ ਕਰਨਾ ਮੈਨੂੰ ਇਹਨੇ ਬੜਾ ਸਤਾਇਆ ਸੀ ਆਵੇ ਜੀ ਪਾਕਿਸਤਾਨ ਮੈਨੂੰ ਖਲੋਣ ਨਹੀਂ ਦਿੰਦਾ ਹੈ ਬੱਲੇ ਤੇ ਆਂਦਾ ਸੀ ਜਨਾਨ ਵਾਲੇ ਆ ਗਏ ਫਿਰ ਹਾਫਜੀ ਜਿਹੜਾ ਨਾ ਮੈਂ ਗੱਲਬਾਤ ਹੋਈ ਮੇਰੇ ਦੋਸਤਾਂ ਨਾਲ ਜਿੰਨੇ ਵੀ ਹਨ ਮੈਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਠੀਕ ਹੈ ਮੈਨੂੰ ਸਮਝ ਜੱਟ ਆਂਦਾ ਵੇ ਤੂੰ ਜਨਾਨ ਤੇ ਆ ਗਿਆ ਮਗਰ ਤੂੰ ਗੈਰ ਕਾਨੂੰਨੀ ਹੈ ਤੂੰ ਫੜਿਆ ਗਿਆ ਤੈਨੂੰ ਅੰਦਰ ਦੇ ਛੱਡਣਾ ਮੈਂ ਕਿਹਾ ਜੀ ਅਸੀਂ ਜਨਾਨ ਆ ਗਏ ਆ ਤੇ ਸਾਨੂੰ ਸੈੱਟ ਹੋਣਾ ਵੀ ਆਉਂਦਾ ਹੋਵੇ ਪੈਰਾਂ ਤੇ ਖਲੋਣਾ ਵੀ ਆਉਂਦਾ ਤੂੰ ਟੈਨਸ਼ਨ ਨਾ ਲੈ। ਅੱਛਾ ਤੇ ਉਹਨੇ ਹਾਫਜੀ ਅਪਲਾਈ ਕੀਤਾ ਸੀ ਉਹਨੇ ਅਮਰੀਕਾ ਜਾਣਾ ਸੀ ਤੇ ਉਹਨੇ ਉੱਥੇ ਅਪਲਾਈ ਕੀਤਾ ਸੀ ਹਜੇ ਤੱਕ ਹਾਂਜੀ ਉਹਦਾ ਹਜੇ ਕੰਮ ਨਹੀਂ ਬਣਿਆ ਹੈ ਹਜੇ ਤੱਕ। ਹਾਂ ਤੇ ਫਿਰ ਹਾਫਜੀ ਜਿਹੜਾ ਨਾ ਮੇਰਾ ਯਾਰ ਹੀ ਕਾਮਰਾਨ ਗਿੱਲ ਉੱਥੇ ਹੀ ਉਹਨੂੰ 4 ਸਾਲ ਹੋ ਗਏ ਹਨ ਠੀਕ ਹੈ ਤੇ ਉਹਦੇ ਅਸੀਂ ਬਾਹਰ ਦੋਵੇਂ ਜਿਹੜਾ ਨਾ ਫਿਰਨ ਟੁਰਨ ਜਾਂਦੇ ਹਾਂ ਠੀਕ ਹੈ ਤੇ ਉਹ ਲੱਗਾ ਸੀ ਮਾਸ਼ਾਅੱਲਾ ਹੋਟਲ ਦੇ ਕੰਮ ਤੇ ਲੱਗਾ ਸੀ ਤੇ ਮਾਸ਼ਾਅੱਲਾ ਵਾਵਾ 1200-1300 ਯੂਰੋ ਜਿਹੜਾ ਨਾ ਮਹੀਨੇ ਦਾ ਕੱਢਦਾ ਸੀ। ਮੈਂ ਕਿਹਾ ਭੈਣ ਇੱਥੇ ਪਾਕਿਸਤਾਨ ਜਿਹੜਾ ਵੇ ਬੰਦਿਆਂ ਦੀ ਇੰਨੀ ਇੰਜੀਨੀਅਰ ਦੀ ਤਨਖਾਹ ਨਹੀਂ ਹੈ ਜਿੰਨੀ ਇੱਥੇ ਭੈਣ ਜੀ ਭਾਂਡੇ ਧੋਣ ਵਾਲੇ 2-2.5 ਲੱਖ ਰੁਪਇਆ ਹਾਫਜੀ ਬਣਦਾ ਤੇ ਮੈਂ ਦੋਸਤੋ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਬੰਦੇ ਨੇ ਕੰਮ ਨਹੀਂ ਨਾ ਸਿੱਖਿਆ ਉਹ ਬੰਦਾ ਬੜਾ ਹੀ ਜ਼ਲੀਲ ਹੁੰਦਾ ਜੀ। ਕੋਈ ਨਾ ਕੋਈ ਹੁਨਰ ਹੋਣਾ ਚਾਹੀਦਾ ਬੰਦੇ ਹਾਫਜੀ ਬੰਦੇ ਕੋਲ ਮੋਬਾਈਲਾਂ ਦਾ ਮੈਂ ਜਨਾ ਰਿਹਾ ਮੋਬਾਈਲਾਂ ਦਾ ਤੁਸੀਂ ਵੀ ਰਹਿ ਕੇ ਆਏ ਹੋ ਮੋਬਾਈਲਾਂ ਦਾ ਜਾਂ ਨਾਈਆਂ ਦਾ ਠੀਕ ਹੈ ਪੈਪ ਫਿਟਿੰਗ ਦਾ ਠੀਕ ਹੈ ਹੋਰ ਵੀ 3-4 ਕੰਮ ਨੇ ਜਿਹੜੇ ਬੰਦੇ ਦੇ ਸਿਲਾਈ ਦਾ ਕੰਮ ਖਾਸ ਕਰ ਬੰਦਿਆਂ ਦਾ ਇਹ ਹੱਥ ਦੇ ਵਿੱਚ ਬੰਦਿਆਂ ਨੂੰ ਹੁਨਰ ਹੋਏ ਤੇ ਬੰਦਾ ਕਿਤਰੋਂ ਨਹੀਂ ਮਾਰ ਖਾਂਦਾ ਹੈ ਠੀਕ ਹੈ। ਮੈਂ ਕੋਈ ਕੰਮ ਨਹੀਂ ਸਿੱਖਿਆ ਪੈਲੀਆਂ 'ਚ ਉੱਠ ਕੇ ਮੈਂ ਆ ਗਿਆ ਹਾਂ ਸਹੀ ਹੈ ਕੋਈ ਅਤਾ ਪਤਾ ਨਹੀਂ ਹੈ ਉੱਥੇ ਜਾ ਕੇ ਕੀ ਕਰਨਾ ਕੀ ਨਹੀਂ ਸਿਰਫ ਇਹ ਕਿ ਜਨਾਨ ਜਾਣਾ ਬਸ ਜੱਟ ਨੇ ਹੋਣੀ ਜਨਾਨ ਜਾਣਾ। ਫਿਰ ਹਾਫਜੀ ਜਿਹੜਾ ਅਸੀਂ ਮੇਰਾ ਯਾਰ ਹੀ ਕਾਮਰਾਨ ਗਿੱਲ ਤੇ ਅਸੀਂ ਬਾਹਰ ਫਿਰਨ ਟੁਰਨ ਜਾਂਦੇ ਹਾਂ ਠੀਕ ਹੈ। ਅੱਛਾ ਅਸੀਂ ਜਿਹੜਾ ਬਾਹਰ ਫਿਰਨ ਟੁਰਨ ਜਾਂਦੇ ਹਾਂ ਨਾਲ ਅੱਥਰ ਡਾਉਣ ਵੀ ਸੀ ਸਾਡੇ। ਅੱਛਾ ਜੀ ਤੇ ਜਿਹੜਾ ਨਾ ਵਾਹਵਾ ਫਿਰਦੇ ਟੁਰਦੇ ਹਾਂ ਉੱਥੇ ਚੋਰ ਬਜ਼ਾਰੀ ਵੀ ਹੈ ਜਿੱਥੇ ਆਏ ਦਿਨ ਹਾਫਜੀ ਕਤਲ ਹੁੰਦੇ ਰਹਿੰਦੇ ਨੇ ਤੁਹਾਨੂੰ ਪਤਾ ਉੱਥੇ ਅਮੋਨੀਆ ਚੋਰ ਬਜ਼ਾਰੀ ਮਸ਼ਹੂਰ ਹੈ ਨਾ ਉੱਥੇ ਬੜੀ ਮਸ਼ਹੂਰ ਉੱਥੇ ਪਾਕਿਸਤਾਨੀ ਪੂਰੇ ਡਾਉਨ ਬਣੇ ਹੁੰਦੇ ਨੇ ਸਿਗਰਟਾਂ ਨਸ਼ਾ ਚੋਰੀ ਦੇ ਮੋਬਾਈਲ ਜਿਹਨੂੰ ਛੇੜੋ ਉੱਥੇ ਜਿਹਨੂੰ ਜੀ ਉੱਥੇ ਕੋਨੇ ਤਾਂ ਹਾਫਜੀ ਬਦਮਾਸ਼ ਨਿਕਲਦਾ ਹੈ ਚੋਰ ਬਜ਼ਾਰੀ ਦੇ ਵਿੱਚੋਂ। ਅੱਛਾ ਜੀ ਤੇ ਹਾਫਜੀ ਫਿਰ ਉੱਥੇ ਅਸੀਂ ਰਿਹਾਇਸ਼ ਥੋੜੀ ਜਿਹੀ ਹਾਫਜੀ ਜਿਹੜਾ ਨਾ ਸਖਤ ਹੀ ਮਸਲਨ ਕਿ ਪੂਰੀ ਜਿਹੀ ਰਿਹਾਇਸ਼ ਹੀ ਮਾਮੇ ਮੇਰੇ ਦੇ ਮੁੰਡਿਆਂ ਕੋਲ ਤੇ ਮੇਰੀ ਖਾਲਾ ਦਾ ਮੁੰਡਾ ਜਿਹੜਾ ਨਾ ਤੇ ਅਸੀਂ ਦੋਵੇਂ ਜਿਹੜਾ ਨਾ ਮੈਂ ਉਹਦੇ ਨੂੰ ਅਸੀਂ ਦੋਵੇਂ ਜਿਹੜਾ ਇੱਕ ਮੰਜੀ ਤੇ ਸੌਂਦੇ ਹਾਂ। ਅੱਛਾ ਉਹ ਜਿਹੜਾ ਨਾ ਲੱਤਾਂ ਮੈਂ ਉਹਦੇ ਮੂੰਹ ਵੱਲ ਕਰ ਛੱਡਦਾ ਉਹ ਲੱਤਾਂ ਮੇਰੇ ਮੂੰਹ ਵੱਲ ਨੂੰ ਕਰ ਛੱਡਦਾ ਹੈ। ਅੱਛਾ ਤੇ ਉਹਨੂੰ ਬੜੀ ਭੈੜੀ ਹਾਫਜੀ ਆਦਤ ਸੀ ਮੈਂ ਤੁਹਾਨੂੰ ਦੱਸਿਆ ਨਹੀਂ ਪਿੱਛੋਂ ਵੀ ਪਾਕਿਸਤਾਨ ਜਦੋਂ ਮੁੰਡਾ ਕਾਰ ਦੇ ਵਿੱਚ ਬੈਠਾ ਸੀ ਤੇ 14 ਬੰਦੇ ਦੇ ਮੁੰਡੇ ਦੇ ਪੈਰ ਦੇ ਥੱਲੇ ਉਹਦੇ ਇਹ ਹੱਥ ਪੈਰ ਆ ਗਿਆ ਤੇ ਉਹਦੀ ਢੂਈ ਦੇ ਥੱਲੇ ਆ ਗਿਆ ਠੀਕ ਉਹ ਉਂਗਲਾਂ ਨੂੰ ਇੰਜ ਕਰੀ ਜਾਏ ਉਹ ਮੁੰਡੇ ਨੂੰ ਸ਼ੱਕ ਹੀ ਹੋ ਰਿਹਾ ਮੈਨੂੰ ਛੇੜਦਾ ਪਿਆ। ਅੱਛਾ ਤੇ ਇੰਜ ਹਾਫਜੀ ਉਹਨੂੰ ਬੜੀ ਭੈੜੀ ਆਦਤ ਮੇਰੇ ਮੂੰਹ ਅੱਗੇ ਲਿਆ ਕੇ ਨਾ ਲੱਤ ਤੇ ਇੰਜ ਕਰੀ ਜਾ ਇੰਜ ਮੈਨੂੰ ਗੁੱਸਾ ਜਿਹੜੇ ਮੈਂ ਫੜ ਕੇ ਨਾ ਹੱਥ ਮੈਂ ਮਰੋੜ ਛੜਿਆ ਇੰਜ ਤੇ ਮੈਂ ਉਹਨੂੰ ਲੜਦਾ ਹੀ ਬੜਾ ਮਾਰਦਾ ਹੀ ਬੜਾ ਤੇ ਇੱਕ ਦਿਨ ਰੋਣ ਲੱਗ ਪਿਆ ਸਹੀ ਹੈ ਤੇ ਵੱਜਦੇ ਨੇ ਵੇਖਿਆ ਵੱਜਦਾ ਨਾ ਤੂੰ ਇਹਨੂੰ ਮਾਰਨਾ ਇੰਜ ਕਰਨਾ ਤੇ ਤੂੰ ਜਦੋਂ ਤੂੰ ਨਹੀਂ ਨਾ ਆਇਆ ਹੈ ਤੇ ਆਂਦਾ ਸੀ ਕਿ ਮੇਰੇ ਚਾਚੇ ਦਾ ਮੁੰਡਾ ਆਣ ਡਿਆ ਮੇਰੀ ਖਾਲਾ ਦਾ ਮੁੰਡਾ ਆਣ ਡਿਆ ਤੇ ਫਿਰ ਮੈਨੂੰ ਮੈਂ ਆਖਿਆ ਫਿਰ ਹੋਣ ਡਿਆ ਸੀ ਮੈਂ ਗਿਆ ਮੈਂ ਹੱਥਰ ਹੀ ਤੇ ਸਾਡਾ ਭਰਾ ਵਾ ਜਿਹਦੇ ਨਾਲ ਅਸੀਂ ਲਾਡੀਆਂ ਛਾਡੀਆਂ ਕਰਨੀਆਂ ਨੇ ਤੇ ਮੈਂ ਨਾਲ ਹੀ ਹਾਫਜੀ ਜਿਹੜਾ ਮੈਂ ਅੱਜ ਫੜਨਾ ਮੈਂ ਹੁਣ ਉਹਨੂੰ ਖੁਸ਼ ਕਰਨਾ ਹੁੰਦਾ ਸੀ ਮੈਂ ਅੱਜ ਫੜ ਕੇ ਮੈਂ ਚੁੰਮੀ ਜੋ ਲੈਂਦਾ ਹਾਂ ਇੰਜ ਮੈਂ ਕਿਹਾ ਲੱਗਦਾ ਹੁਣ ਮੈਨੂੰ ਫਿਰ ਮੂੰਹ ਧੋਣਾ ਪੈਣਾ ਵੇ ਤੇ ਫਿਰ ਹਾਫਜੀ ਜਿਹੜਾ ਨਾ ਅਸੀਂ ਪਤਾ ਕੀ ਕਰਨਾ ਅੱਥਰ ਮੇਰੇ ਨਾਲ ਹੀ। ਅੱਛਾ ਅਸੀਂ ਦੋਵਾਂ ਨੇ ਜਿਹੜਾ ਨਾ ਫਿਰ ਕਾਮਰਾਨ ਗਿੱਲ ਜਿਹੜਾ ਨਾ ਉਹ ਕੰਮ ਤੇ ਜਾਂਦਾ ਸੀ ਉਹ ਡਬਲ ਡਿਊਟੀ ਕਰਦਾ ਸੀ। ਅੱਛਾ ਤੇ ਅਸੀਂ ਘਰ ਜਿਹੜਾ ਵਿਹਲੇ ਹੀ ਹੁੰਦੇ ਹਾਂ ਤੇ ਕੰਮ ਸ਼ਾਮ ਹਈਏ ਸਾਨੂੰ ਕੋਈ ਨਹੀਂ ਨਾ ਜ਼ਬਾਨ ਹੁੰਦੀ ਸੀ ਨਾ ਗੱਲ ਨਾ ਕਬਾਦ ਅਸੀਂ ਪਤਾ ਕੀ ਕਰਨਾ ਜਾ ਕੇ ਹਾਫਜੀ ਅਸੀਂ ਜਾਣਾ ਕਰਨਾ ਉਹ ਸਿਕੰਦਰ ਆਜ਼ਮ ਦੀ ਜਿਹੜੀ ਪਹਾੜੀ ਏ। ਅੱਛਾ ਵੇਖੀ ਜੇ ਸਿਕੰਦਰ ਆਜ਼ਮ ਦੀ ਪਹਾੜੀ
ਉੱਤੇ ਨਹੀਂ ਜਾਂਦੇ ਕਰਦੇ ਹਾਫਿਜ਼ ਜੀ, ਉਹ ਥੱਲੇ ਜਿਹੜੀ ਛੋਟੀ ਪਹਾੜੀ ਹੈ ਨਾ, ਅਸੀਂ ਉੱਤੇ ਜਾਂਦੇ ਹਾਂ, ਉੱਤੇ ਜਾਣ ਵਾਸਤੇ 20 ਯੂਰੋ ਦੀ ਟਿਕਟ ਹੀ ਸਾਡੇ ਜੇਬ 'ਚ ਨਹੀਂ ਹੈ ਜੀ। ਉਹਦਾ ਨਾਂ ਕੀ ਮੋਨਸਰਾਕੀ ਪਹਾੜੀ? ਨਹੀਂ, ਮੋਨੋਮਸਤਰਾਕੀ ਤੋਂ ਅੱਗੇ ਹਾਫਿਜ਼, ਹਾਂਜੀ ਮੋਨੋਮਸਤਰਾਕੀ ਤੋਂ ਅੱਗੇ ਤਾਂ ਚੜ੍ਹ ਕੇ ਪਹਾੜੀ ਹੈ ਜਿਹੜੀ। ਅੱਛਾ। ਅਸੀਂ ਕੀ ਕਰਨਾ, ਜਾ ਕੇ ਨਾ ਉੱਥੇ ਆ ਵੀ ਆਪਣੇ ਹਾਫਿਜ਼ ਜੀ ਆਪਣੇ ਜਿਹੜਾ ਨਾ ਪਿੰਡ ਦੇ ਯਾਰਾਂ ਦੋਸਤਾਂ ਨੂੰ ਕਾਲ ਲਾ ਦੇਣੀ, ਤੇ ਕਾਲ ਲਾ ਕੇ ਨਾ ਮੈਂ ਕਿਹਾ ਵੇਖੋ ਜੱਟ ਵੇਖੋ, ਮੈਂ ਉਹਨਾਂ ਨੂੰ ਜਿਹੜਾ ਨਾ ਟੂਰਿਸਟ ਆਏ ਹੁੰਦੇ ਹਨ ਕੋਈ ਜਰਮਨੀ ਫਰਾਂਸ ਕਿਤੋਂ ਵੇਖਣ ਵਾਸਤੇ, ਗੋਰੀਆਂ ਇੰਜ, ਮੈਂ ਕਿਹਾ ਵੇਖੋ ਇੰਜ ਕਰਕੇ ਵਿਖਾਓ ਨਾ। ਮੈਂ ਕਿਹਾ ਵੇਖੋ ਦੋਸਤੋ, ਮੈਂ ਆਪਣੇ ਯਾਰ ਨੂੰ ਆਖਾਂ ਮੈਂ ਕਿਹਾ ਵੇਖੋ ਗੋਰੀਆਂ, ਆਂਦਾ ਬੜੀ ਗੱਲ ਹੈ ਯਾਰ, ਆਂਦਾ ਮੈਂ ਨੇੜੇ ਘਰ ਹੋੜ, ਮੈਂ ਕਿਹਾ ਵਿੱਚ ਹੀ ਨਾ ਧਰਦਾ। ਤੇ ਫਿਰ ਮੈਂ ਆਪਣੇ ਯਾਰ ਜੀ ਦਾ ਬਾਬਾ ਜੀ ਨੂੰ ਫੋਨ ਕਰਦਾ ਹਾਂ, ਮੈਂ ਹਰ ਬਾਬਾ ਜੀ ਵੇਖ ਮੇਰੇ ਕੋਲ ਹੱਥਰ ਬੈਠਾ ਆਈ। ਅੱਛਾ। ਮੈਂ ਕਿਹਾ ਵੇਖ ਯਾਰ, ਅੱਜ ਉਹ ਵੀ ਬੰਦੇ ਸਿਕੰਦਰ ਆਜ਼ਮ ਦੀ ਯੂਨਾਨ ਸਿਕੰਦਰ ਆਜ਼ਮ ਦੀ ਪਹਾੜੀ ਤੇ ਬਹਿ ਕੇ ਗੱਲ ਕਰਦੇ ਨੇ ਵੀ ਜਿਨ੍ਹਾਂ ਨੂੰ ਘਰੋਂ ਮੰਗਿਆ ਦੂਜੀ ਵਾਰੀ ਸਾਲਣ ਨਹੀਂ ਦਿੰਦੇ ਹੈ। ਇਹ ਅਤਰ ਦੀ ਬਿਸ਼ਤੀ ਹੋ ਰਹੀ? ਨਹੀਂ ਨਹੀਂ, ਆਵਾ ਜੀ ਅਥਰ ਭਰਾ ਵੇ ਆਪਣਾ, ਅਤਰ ਭਰਾ ਵੇ ਆਪਣਾ। ਅੱਛਾ। ਫਿਰ ਆਵਾ ਜੀ ਜਿਹੜਾ ਨਾ ਅਸੀਂ ਉੱਥੇ ਜਾਣਾ ਕਰਨਾ, ਅਸੀਂ ਫਿਰ ਟੁਰ ਕੇ ਆਉਣਾ ਕਰਨਾ। ਹਾਫਿਜ਼ ਜੀ ਉੱਥੇ ਇੱਕ ਮੈਂ ਬੰਦੇ ਦਾ ਕੱਦ ਵੇਖਿਆ ਸੀ, ਤਕਰੀਬਨ 7 ਜਾਂ 7.5 ਫੁੱਟ ਉਹ ਬੰਦੇ ਦਾ ਕੱਦ ਸੀ। ਅੱਛਾ। ਤੇ ਮੇਰਾ ਜਿਹੜਾ ਸਿਰ ਹੈ ਨਾ ਉਹਦੇ ਐ ਇੱਥੋਂ ਤੱਕ ਆਉਂਦਾ ਸੀ, ਛਾਤੀ ਤੱਕ, ਠੀਕ ਹੈ। ਤੇ ਬੁੱਢੀ ਜਿਹੜੀ ਸੀ ਉਹਦੀ 5 ਫੁੱਟ ਦੀ ਸੀ, ਗੀਂਡੀ ਬੁੱਢੀ ਸੀ ਉਹਦੀ। ਤੇ ਮੈਂ ਹੈਰਾਨ ਹੁੰਦਾ ਸੀ ਯਾਰ, ਐਡੀ ਬੁੱਢੀ ਤੇ ਐਡਾ ਬੰਦਾ, ਤੇ ਬੁੱਢੀ ਵੇਖੋ ਕਿੱਡੀ ਛੋਟੀ ਹੈ। ਮੈਨੂੰ 6.5 ਫੁੱਟ ਤੇ ਤੇਰਾ ਵੀ ਕੱਦ ਹੋਣਾ? 6.5 ਫੁੱਟ ਮੇਰੇ ਖਿਆਲ ਨਾਲ ਹੋਣਾ ਹਾਫਿਜ਼ ਜੀ। ਹਾਂ। ਮੇਹਰ ਭਾਈ ਦਾ ਕੱਦ ਜਿਹੜਾ ਬੜਾ ਵੱਡਾ ਹੈ। ਮੇਹਰ ਭਾਈ ਦੀਆਂ ਵੀਡੀਓ ਤੁਹਾਨੂੰ ਮੈਂ ਜਿਹੜਾ ਨਾ ਵਿੱਚ ਐਡ ਕਰਾਂਗਾ ਦੂਸਰੀ ਵੀਡੀਓ ਦੇ ਵਿੱਚ, ਇਹਨਾਂ ਦੇ ਜਿਮ ਵਾਲੀਆਂ ਜਿੱਥੇ ਜਿਮ ਕਰਦੇ ਨੇ। ਤੇ ਉਹ ਮੇਹਰ ਭਾਈ ਤੁਹਾਡੀ ਮੈਂ ਉਹ ਵੀ ਵੀਡੀਓ ਵੇਖੀ ਜਿਹੜੀ ਉਹ ਡਿਊਟ ਕੀਤੀ ਉਹਦੇ ਨਾਲ, ਜਿਹਦੇ ਕੋਲ 47 ਕਿਲੋ ਵਜ਼ਨ ਨਹੀਂ ਚੁੱਕਿਆ ਜਾਂਦਾ, ਤੇ ਤੁਸੀਂ ਇੱਕ ਹਾਫਿਜ਼ ਜੀ ਕਸਮ ਅੱਲਾ ਦੀ, ਉਹ ਬੰਦੇ ਦਾ ਤਕਰੀਬਨ ਮੇਰੇ ਖਿਆਲ ਦੇ ਨਾਲ ਕੋਈ ਬੰਦੇ ਦੀ 25-26 ਸਾਲ ਉਮਰ ਹੋਣੀ ਹੈ, ਤੇ ਉਹਨੇ ਟਿਕਟੋਕ ਦੇ ਉੱਤੇ ਵੀਡੀਓ ਚਾੜੀ ਤੇ 47 ਕਿਲੋ ਦਾ ਇੰਜ ਵੇਟ ਫੜਿਆ ਇੱਕ ਹੱਥ ਨਾਲ, ਠੀਕ ਹੈ। ਤੇ ਇੰਜ ਕਰੇ ਪੈ ਇੰਜ ਆਂਦਾ ਹੈ ਵੀ ਸਾਡੇ ਨਾਲ ਵੀ ਕੋਈ ਡਿਊਟ ਕਰ ਕੇ ਵਿਖਾਏ। ਮੈਂ ਵੇਟ ਚੁੱਕਿਆ ਸੀ 55 ਕਿਲੋ, 60 ਕਿਲੋ, ਮੈਂ ਇੱਕ ਹੱਥ ਨਾਲ ਉਹਦਾ ਬਾਲਾ ਕੱਢਿਆ ਸੀ, ਠੀਕ ਹੈ। ਤੇ ਦੋਸਤੋ ਤੁਸੀਂ ਯਕੀਨ ਨਹੀਂ ਕਰਦੇ, ਭਾਵੇਂ ਮੇਰੀ ਟਿਕਟੋਕ ਤੇ ਤੁਸੀਂ ਜਾ ਕੇ ਵੇਖ ਲਿਓ, ਸਹੀ ਹੈ। ਉਹ ਨਾਲ ਵੀ ਲਾ ਦੇ। ਤੇ ਮੈਂ ਉਹਦੇ ਨਾਲ ਜਿਹੜਾ ਨਾ ਮੈਂ ਡਿਊਟ ਕਰਕੇ ਨਾ ਮੈਂ ਵੀਡੀਓ ਚਾੜੀ, ਮੈਂ ਲੈ ਹੁਣ ਮੈਂ 55 60 ਕਿਲੋ ਦਾ, ਮੈਂ ਮੈਂ ਇੰਨਾ ਵੇਟ ਚੁੱਕਿਆ, ਹੁਣ ਤੂੰ ਵੀ ਮੈਨੂੰ ਚੁੱਕ ਕੇ ਵਾ। ਉਹਨੇ ਇਹ ਬਾਲਾ ਨਹੀਂ ਕੱਢਿਆ, ਮੈਂ ਬਾਲਾ ਵੀ ਕੱਢ ਛੜਾਈ ਹਾਫਿਜ਼ ਜੀ। ਬਿਲਕੁਲ ਇਸ ਨਹੀਂ ਮੈਂ ਵੇਖਿਆ। ਤੇ ਫਿਰ ਹਾਫਿਜ਼ ਜੀ ਜਿਹੜਾ ਨਾ ਹੁਣ ਜਦੋਂ ਹੋ ਗਿਆ ਨਾ ਮੈਨੂੰ ਉੱਥੇ ਮਹੀਨਾ ਡੇਢ, ਫਿਰ ਮੈਨੂੰ ਯਾਦ ਆਇਆ, ਮੈਂ ਕਿਹਾ ਅਸੀਂ ਤੇ ਕੰਮ ਕਰਨ ਆਏ ਆ। ਮੈਂ ਮਿਹਨਤ ਕਰੋ, ਮਜ਼ਦੂਰੀ ਕਰੋ, ਅਮੀਰ ਹੋਣਾ ਬਹੁਤ ਜ਼ਰੂਰੀ ਹੈ। ਫਿਰ ਹਾਫਿਜ਼ ਜੀ ਜਿਹੜਾ ਨਾ ਮੈਨੂੰ ਉੱਥੇ ਪਤਾ ਪੈਂਚਰਾਂ ਦੀ ਦੁਕਾਨ ਪਾ ਲਈ, ਪੈਂਚਰਾਂ ਦੀ ਦੁਕਾਨ ਪਾ ਲਈ, ਉੱਥੇ ਨਹੀਂ ਹੈ ਦੁਕਾਨ ਵੀ ਪੈਂਚਰਾਂ ਵਾਲੀ ਪੈਂਦੀ ਆ। ਫਿਰ ਹਾਫਿਜ਼ ਜੀ ਜਿਹੜਾ ਨਾ ਮੈਂ ਉੱਥੇ ਮੈਨੂੰ ਬੰਦਿਆਂ ਦੱਸਿਆ ਕਿ ਜਿਹੜਾ 2 ਨੰਬਰ ਜਿਹੜੀ ਪਿੱਛੋਂ ਪਰਚੀ ਕਰਕੇ ਬੰਦੇ ਮੰਗਵਾਉਂਦੇ ਨੇ ਉਹਦਾ ਕੋਈ ਫਾਇਦਾ ਨਹੀਂ ਹੈ, ਕੱਲ੍ਹ ਨੂੰ ਤੁਹਾਡੇ ਪੇਪਰ ਨਹੀਂ ਬਣ ਸਕਦੇ। ਤੇ ਤੁਸੀਂ ਇੱਕ ਗੱਲ ਤਾਂ ਹੈ, ਤੁਸੀਂ ਆਪਣਾ ਪਾਸਪੋਰਟ ਤੇ ਉੱਤੇ ਤੁਸੀਂ ਫੀਮੀ, ਇੱਕ ਯੂਨਾਨ ਦੇ ਵਿੱਚ ਇੱਕ ਫੀਮੀ, ਆਮਕਾ, ਏਕਾ, ਇਹ 3 ਚੀਜ਼ਾਂ ਦੇ ਬੰਦਾ ਕੰਮ ਲੱਗ ਸਕਦਾ, ਠੀਕ ਹੈ। ਤੇ ਮੈਂ ਆਪਣੇ ਪਾਸਪੋਰਟ, ਮੈਂ ਹੁਣ ਆਉਂਦੇ ਨੇ ਪਾਸਪੋਰਟ ਤੋਂ ਐ ਨਿਕਲੇਗੀ ਤੇ 2-250 ਯੂਰੋ ਤੁਹਾਡਾ ਲੱਗਣਾ ਵੇ, ਤੇ ਫਿਰ ਕਿਤੇ ਜਾ ਕੇ ਤੁਸੀਂ ਕੰਮ ਕਰ ਸਕਦੇ, ਤੁਹਾਨੂੰ ਪੁਲਿਸ ਵੀ ਨਹੀਂ ਫੜੇਗੀ ਹੈ, ਠੀਕ ਹੈ। ਤੇ ਮੈਂ ਫਿਰ ਹਾਫਿਜ਼ ਜੀ ਹੁਣ ਕੀ ਕੀਤਾ, ਹੁਣ ਮੈਂ ਹੁਣ ਕੁਛ ਕਰਨਾ ਤੇ ਹੈ ਵੇ, ਠੀਕ ਹੈ। ਹਾਫਿਜ਼ ਜੀ ਨਾਲ ਨੂਲ ਕੋਈ ਨਹੀਂ ਜਾਂਦਾ, ਮੇਰਾ ਕਾਮਰਾਨ ਗਿੱਲ ਸੀ, ਮੇਰੇ ਨੂੰ 4 ਸਾਲ ਹੋ ਗਏ, ਆਂਦਾ ਭਰਾਵਾ ਤੂੰ ਮੈਨੂੰ ਆਖੇ ਨਾ ਮੈਂ ਤੈਨੂੰ ਉੱਥੇ ਤੱਕ ਜਾਵਾਂ ਦੁਕਾਨ ਤੱਕ ਮਸਲਨ ਕੇ ਕੰਮ ਵਾਸਤੇ, ਆਂਦਾ ਮੈਂ ਨਹੀਂ ਜਾ ਸਕਦਾ, ਆਂਦਾ ਮੈਨੂੰ ਕੰਮ ਮਸਲਨ ਕੇ ਹਾਫਿਜ਼ ਜੀ ਕੋਈ ਨਹੀਂ ਜਾਂਦਾ ਹੈ ਨਾਲ, ਬੰਦੇ ਆਪਣੇ ਕੰਮਾਂ ਦੇ ਵਿੱਚ ਮਸਰੂਫ ਹੁੰਦੇ ਨੇ, ਠੀਕ। ਬੰਦੇ ਉਂਝ ਗੱਲਾਂ ਬਣਾ ਲੈਂਦੇ ਨੇ ਯਾਰ ਕਿ ਕੋਈ ਨਹੀਂ ਸਾਡਾ ਸਾਥ ਦਿੰਦਾ ਹੈ, ਠੀਕ ਹੈ। ਬੰਦੇ ਆਪਣੇ ਕੰਮ ਕਰਨਗੇ, ਤੁਹਾਡੇ ਨਾਲ ਉੱਥੇ ਜਾ ਕੰਮ ਕਰਾਉਣ। ਬਿਲਕੁਲ। ਫਿਰ ਹਾਫਿਜ਼ ਜੀ ਮੈਂ ਅਬੂ ਹੋਰਾਂ ਨੂੰ ਫੋਨ ਕੀਤਾ, ਮੈਂ ਅਬੂ ਜੀ ਹੁਣ ਜਿਹੜਾ ਨਾ ਹੁਣ ਮੈਂ ਆਪਣਾ ਫੀਮੀ ਆਮਕਾ ਤੇ ਏਕਾ ਬਣਵਾਉਣਾ, ਤੇ ਮੈਨੂੰ ਹੁਣ ਮੈਂ ਪਾਸਪੋਰਟ ਬਣਵਾਉਣਾ, ਤੇ ਮੇਰਾ ਸ਼ਨਾਸੀ ਕਾਰਡ ਘੱਲੋ। ਅੱਛਾ। ਹਾਫਿਜ਼ ਜੀ ਮੈਂ ਪਹਿਲਾਂ ਪਾਕਿਸਤਾਨ ਨੂੰ ਨਿਕਲਿਆ ਹਾਂ ਰੰਗੀਨ ਫੋਟੋ ਕਾਪੀ ਲੈ ਕੇ, ਮੈਂ ਅਗਰ ਓਰੀਜਨਲ ਲੈ ਕੇ ਨਿਕਲਿਆ ਹੁੰਦਾ ਤੇ ਮੇਰੇ ਯੂਨਾਨ ਸ਼ਨਾਸੀ ਕਾਰਡ ਬਣਨ ਲੱਗਿਆ 6 ਮਹੀਨੇ ਲੱਗ ਜਾਣੇ ਹਨ, 6-7 ਮਹੀਨੇ। ਅੱਛਾ। ਮੈਂ ਅਬੂ ਹੋਰਾਂ ਨੂੰ ਆਖਿਆ, ਮੈਂ ਅਬੂ ਜੀ ਜਿਹੜਾ ਨਾ ਮੇਰਾ ਸ਼ਨਾਸੀ ਕਾਰਡ ਘੱਲੋ, ਠੀਕ ਹੈ, ਤੇ ਨਾਲ ਕੋਈ ਪੈਂਟਾਂ ਸ਼ਰਟਾਂ ਘੱਲੋ, ਤੇ ਕੋਈ ਬੂਟ ਸ਼ੂਟ ਘੱਲੋ, ਮੈਂ ਫਿਰਾਂ ਟੁਰਾਂ ਤੇ ਕੋਈ ਮੰਮੀ ਡੈਡੀ ਬੱਚਾ ਲੱਗਾ ਮੈਂ। ਤੇ ਫਿਰ ਹਾਫਿਜ਼ ਜੀ ਅਬੂ ਹੋਰਾਂ ਜਿਹੜਾ ਨਾ ਉੱਥੋਂ ਸ਼ਨਾਸੀ ਕਾਰਡ ਲਿਆ, ਠੀਕ ਹੈ। ਉੱਥੋਂ ਪੈਂਟਾਂ ਸ਼ਰਟਾਂ ਅਬੂ ਮੇਰੇ ਲਿਆਂਦੀਆਂ, ਕੋਈ ਬੂਟ ਸ਼ੂਟ ਲਿਆਂਦੇ। ਅੱਛਾ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਅਬੂ ਮੇਰੇ ਜਿਹੜਾ ਨਾ ਸਮਾਨ ਸਮੂਨ ਲਿਆ, ਵਾਵਾ ਕੋਈ ਸਮਾਨ ਮਸਲ ਕੇ ਹੋਣਾ ਵੇ 10-12 ਕਿਲੋ ਲਾ ਲਵੋ। ਅੱਛਾ। ਤੇ ਫਿਰ ਅਬੂ ਮੇਰੇ ਇੱਥੇ ਡਸਕੇ ਆਏ, ਉੱਥੇ ਜਮ੍ਹਾਂ ਕਰਵਾਏ, ਠੀਕ ਹੈ। ਮੈਂ ਡਰੈਸ ਆਪਣੇ ਵਾਜਦ ਸਪੀਤੀ ਦੇ ਵਿੱਚ ਜਿਹੜਾ ਵਾਜਦ ਸੀ ਨਾ ਮਾਮੇ ਦਾ ਮੁੰਡਾ, ਮੈਂ ਉਹਦਾ ਡਰੈਸ ਦਿੱਤਾ ਸੀ, ਠੀਕ ਹੈ। ਤੇ ਉਹ ਗਈ ਮਤਲਬ ਉਹਨਾਂ ਡਰੈਸ ਦਿੱਤਾ, ਤੇ ਉਹ ਡਰੈਸ ਦੇ ਉੱਤੇ ਡਸਕਿਓ ਜਿਹੜਾ ਤਕਰੀਬਨ 3-4 ਹਜ਼ਾਰ ਰੁਪਇਆ ਲੱਗਾ ਸੀ। ਤੇ ਉਹ ਕੱਪੜੇ ਜਿਹੜੇ ਨੇ ਹਾਫਿਜ਼ ਜੀ ਤਕਰੀਬਨ 1 ਹਫ਼ਤੇ ਦੇ ਵਿੱਚ ਕੋਈ ਬੰਦਾ ਆਇਆ ਸੀ ਉੱਥੋਂ ਪਾਕਿਸਤਾਨ?
ਜਨਾਨੋ ਨਹੀਂ 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 ਅੱਬੂ ਮੇਰੇ ਗਏ ਹਨ ਉਹ ਜਿੰਜ ਹੁੰਡੀ ਵਾਲੇ ਨਹੀਂ ਹੈ ਮਸਲਨ ਕਿ ਜਿੰਜ ਤੁਸੀਂ ਪੈਸੇ ਪਾਣੇ ਨੇ ਇੰਜ ਫਲੈਟਾਂ ਦੇ ਉੱਤੇ ਕੱਪੜੇ ਵੀ ਤੁਸੀਂ ਮਸਲਨ ਦੂਸਰੇ ਮੁਲਕਾਂ 'ਚ ਜਾ ਸਕਦੇ ਨੇ ਸਾਰਾ ਕੁਝ ਮਸਲਨ ਕਿ ਤੁਸੀਂ ਨਾ ਵੀ ਜਾਓਗੇ ਤੇ ਸਮਾਨ ਤੁਸੀਂ ਘੱਲ ਸਕਦੇ ਪਾਰਸਲ ਕਲਾਥ ਪਾਰਸਲ ਹਾਫਿਜ਼ ਜੀ ਪਹਿਲਾਂ ਦੱਸ ਛੜਿਆ ਕਰੋ ਕੀ ਹੋ ਗਿਆ ਜੀ ਤੇ ਫਿਰ ਹਾਫਿਜ਼ ਜੀ ਜਿਹੜਾ ਨਾ ਉਹ ਤਕਰੀਬਨ 1 ਹਫ਼ਤਾ ਲੱਗਾ ਵੇ ਉਹ ਸਮਾਨ ਆਇਆ ਮੇਰੇ ਕੋਲ ਅੱਛਾ ਠੀਕ ਹੈ ਮੈਂ ਅੱਗੇ ਮੇਰੀ YouTube Facebook ਤੇ ਮੈਂ ਨਵੀਆਂ ਵੀਡੀਓ ਜਾਂ ਜੀ ਚੂੜਾ ਹੀ ਲੱਗਦਾ ਹਾਂ ਪੈਂਟ ਸ਼ਰਟ ਕੋਈ ਨਹੀਂ ਨਵੀਂ ਹੈ ਚਿੱਟਾ ਚੂੜਾ ਤੇ ਫਿਰ ਆਹੋ ਜੀ ਮੈਂ ਪੈਂਟ ਸ਼ਰਟ ਮੈਂ ਸ਼ਨਾਸੀ ਕਾਰਡ ਲਿਆਂਦਾ ਮੈਂ ਪੈਂਟ ਸ਼ਰਟ ਪਾਈ ਮੈਂ ਬੁਲਟ ਡਾਊਨ ਲੱਗ ਗਿਆ ਤੇ ਪੁਲਿਸ ਵਾਲਿਆਂ ਦਾ ਡਰ ਹੈ ਪੁਲਿਸ ਵਾਲੇ ਫੜ ਲੈਂਦੇ ਨਾ ਤੇ 6 ਮਹੀਨੇ ਕੈਂਪ ਦੇ ਵਿੱਚ ਉਹਨਾਂ ਅੰਦਰ ਦੇਸ਼ਣ ਸੀ ਇਰਾਨ ਦੇ ਵਿੱਚ ਅੱਛਾ ਬਾਹਰ ਵੀ ਨਹੀਂ ਨਿਕਲਣ ਦਿੰਦੇ ਰੋਟੀ ਛੋਟੀ ਉਂਝ ਦਿੰਦੇ ਨੇ ਤੇ ਫਿਰ ਹਾਫਿਜ਼ ਜੀ ਜਿਹੜਾ ਨਾ ਮੈਂ ਹੁਣ ਕੱਪੜੇ ਛਪੜੇ ਮੈਂ ਮਸਲਨ ਕਿ ਲਿਆਂਦੇ ਆਪਣਾ ਸ਼ਨਾਸੀ ਕਾਰਡ ਮੰਗਵਾਇਆ ਬੰਦੇ ਨੇ ਆਖਿਆ ਤੂੰ ਆਪਣਾ ਪਾਸਪੋਰਟ ਬਣਵਾ ਤੇਰਾ ਫੀਮੀਆਮ ਕਾਇਕਾ ਨਿਕਲੇਗਾ ਮੈਂ ਸਹੀ ਹੈ ਮੈਂ ਬੂਰਾ ਨੂੰ ਮਸਲਨ ਕਿ ਉਹ ਤੁਸੀਂ ਕੱਪੜੇ ਪਾ ਕੇ ਤੇ ਉੱਥੇ ਵੀ ਜਾਣਾ ਚਾਂਦੂ ਭਾਈ ਪਿਛਲੀ ਵੀਡੀਓ ਵਿੱਚ ਦੱਸ ਰਿਹਾ ਸੀ ਕਿ ਹਫਸਾ ਮੈਂ ਉੱਥੇ ਮੋਨਸ ਰਾਗੀ ਤੋਂ ਲੈਂਦਾ ਸੀ ਤੇ ਮੈਂ ਉਹ ਜਿਹੜੇ ਘਰ ਦੇ ਵਿੱਚ ਬੱਤੀਆਂ ਬਲਦੀਆਂ ਹੁੰਦੀਆਂ ਨੇ ਮੈਂ ਉਧਰ ਵੀ ਜਾਣਾ ਵਾ ਤੁਸੀਂ ਨਹੀਂ ਹਾਫਿਜ਼ ਜੀ ਮੈਂ ਤੁਹਾਨੂੰ ਗੱਲ ਦੱਸਣਾ ਵਾ ਅੱਲਾ ਮਾਫੀ ਦਵੇ ਹਾਫਿਜ਼ ਜੀ ਬੱਤੀਆਂ ਵਾਲਾ ਪਾਕਿਸਤਾਨ ਬੱਤੀਆਂ ਵਾਲਾ ਕੰਮ ਮਸ਼ਹੂਰ ਹੈ ਬੜਾ ਕਿ ਉੱਥੇ ਬੱਤੀਆਂ ਲਈਆਂ ਮਸਲਨ ਕਿ ਸਮਝਦੇ ਜਿਹਨੂੰ ਯਨਾਨ ਦੇ ਵਿੱਚ ਬਤਾਨਾ ਆਉਂਦੇ ਨੇ ਅੱਲਾ ਮਾਫੀ ਦਵੇ ਉਹ ਮੈਂ ਤੁਹਾਨੂੰ ਗੱਲ ਦੱਸਣਾ ਸਹੀ ਹੈ ਪਹਿਲਾਂ ਮੈਨੂੰ ਇਹ ਦੱਸ ਲੈਣ ਦਿਓ ਗੱਲ ਤੇ ਹਾਫਿਜ਼ ਜੀ ਫਿਰ ਜਿਹੜਾ ਨਾ ਮੈਂ ਬੂਰਾ ਨੂੰ ਫੋਨ ਕੀਤਾ ਮੈਂ ਹਾਫਿਜ਼ ਹੁਣ ਮੈਂ ਪਾਸਪੋਰਟ ਆਪਣਾ ਬਣਵਾਉਣਾ ਤੇ ਅੱਬੂ ਆਂਦੇ ਨੇ ਸਹੀ ਹੈ ਪੁੱਤਰ ਆਪਣਾ ਪਾਸਪੋਰਟ ਜਿਹੜਾ ਨਾ ਤੂੰ ਬਣਵਾ ਤੇ ਮੈਨੂੰ ਪਤਾ ਨਹੀਂ ਹੈ ਕਿ ਸਿਰਫ ਮੈਨੂੰ ਇੱਕ ਬੰਦੇ ਨੇ ਦੱਸਿਆ ਸੀ ਕਿ ਇੱਥੋਂ ਟ੍ਰੇਨ ਤੋਂ ਤੂੰ ਬਹਿਣਾ ਉੱਥੇ ਜਾਣਾ ਉੱਥੇ ਉਤਰਨਾ ਵੇ ਠੀਕ ਹੈ ਤੇ ਅੱਗੋਂ ਤੇਰਾ ਪਾਸਪੋਰਟ ਉਹ ਦਫ਼ਤਰ ਹੈ ਪਾਕਿਸਤਾਨੀ ਐਮਬੈਸੀ ਉੱਥੇ ਤੂੰ ਪਾਸਪੋਰਟ ਜਮ੍ਹਾਂ ਕਰਵਾਏਗਾ ਸਾਰਾ ਕੁਝ ਹੋਣਾ ਤੇ ਹਾਫਿਜ਼ ਜੀ ਨਾਲ ਕੋਈ ਨਹੀਂ ਜੇ ਜਾਂਦਾ ਹੈ ਠੀਕ ਹੈ ਬੰਦਾ ਆਖੇ ਔਖੇ ਟਾਈਮ ਕੋਈ ਨਾਲ ਜਾਵੇ ਕੋਈ ਨਹੀਂ ਜਾਂਦਾ ਹੈ ਮੈਂ ਹਾਫਿਜ਼ ਜੀ ਜਿਹੜਾ ਨਾ ਇਕੱਲੇ ਮੇਰੀ ਖਾਲਾ ਦਾ ਮੁੰਡਾ ਜਿਹੜਾ ਨਾ ਉਹਨੇ ਪਤਾ ਕੀ ਕੀਤਾ ਸੀ ਉਹਦੀ ਜਿਹੜਾ ਨਾ ਉਮਰ ਥੋੜੀ ਸੀ ਉਹਨੇ 17 ਸਾਲ ਉਹਦੀ ਉਮਰ ਸੀ ਠੀਕ ਹੈ ਤੇ ਉਹਦੀ ਪਰਚੀ ਬਣੀ ਸੀ ਉਹਨੇ ਤਰੀਫਦਾ ਸੀ ਪਰਚੀ ਪਿੱਛੋਂ ਪਾਕਿਸਤਾਨ ਨੂੰ ਮੰਗਵਾਈ ਤੇ ਉਹਨੇ ਜਿਹੜਾ ਨਾ ਲਾਰੀ ਸਾਹਿਬ ਜਿਹੜਾ ਨਾ ਸਟੇਸ਼ਨ ਤੇ ਗਿਆ ਵੇ ਉੱਥੇ ਜਾ ਕੇ ਉਹਨੇ ਦਫ਼ਤਰ ਹੈ ਠੀਕ ਹੈ ਸਾਈਡ ਦੇ ਦਫ਼ਤਰ ਹੈ ਸੜਕ ਦੇ ਨਾਲ ਤੇ ਉੱਥੇ ਗਿਆ ਉਹਨੇ ਜਾ ਕੇ ਆਪਣਾ ਜਿਹੜਾ ਨਾ ਉਹ ਜਮ੍ਹਾਂ ਕਰਵਾਇਆ ਵੇ ਕਾਰਡ ਅਪਲਾਈ ਕੀਤਾ ਜਿਹੜਾ ਵਾਈਟ ਕਲਰ ਦਾ ਕਾਰਡ ਹੁੰਦਾ ਜੀ ਨਾਮ ਦਾ ਕਾਰਡ ਜਿੱਥੇ ਬੰਦਾ ਕੋਈ ਡਾਕ ਫਾੜ ਹੋ ਨਹੀਂ ਸਕਦਾ ਪੁਲਿਸ ਵਾਲੇ ਫਿਰ ਹਾਫਿਜ਼ ਜੀ ਉਹਨੇ ਜਿਹੜਾ ਨਾ ਕਾਰਡ ਜਮ੍ਹਾਂ ਕਰਵਾਇਆ ਵੇ ਠੀਕ ਹੈ ਤੇ ਉਹ ਹਾਫਿਜ਼ ਜੀ ਉਹਨੇ ਇੰਟਰਵਿਊ ਸਾਰਾ ਕੁਝ ਦਿੱਤਾ ਐਡਾ ਮਸਲਨ ਕਿ ਉਹਦਾ ਦਿਮਾਗ ਨਹੀਂ ਕੰਮ ਕਰਦਾ ਹੈ ਥੋੜਾ ਜਿਹਾ ਉਹਨਾਂ ਇੰਟਰਵਿਊ ਲਿਆ ਤੇ ਉਹਨੇ ਨੰਬਰ ਦੇਣਾ ਸੀ ਤੇ ਨੰਬਰ ਉਹਨੇ ਹਾਫਿਜ਼ ਪਤਾ ਕੀ ਕੀਤਾ ਨੰਬਰ ਜਿਹੜਾ ਨਾ ਉਹਨੇ ਗਲਤ ਲਹਵਾ ਛੜਿਆ ਘਰ ਦਾ ਟੈਲੀਫੋਨ ਨੰਬਰ ਆਪਣਾ ਉਹਨਾਂ ਕਿ ਆਪਣੇ ਮੋਬਾਈਲ ਦਾ ਨੰਬਰ ਤੇ ਕੱਲ ਨੂੰ ਤੈਨੂੰ ਜਦੋਂ ਫੋਨ ਕਰਾਂਗੇ ਤੇਰਾ ਕਾਰਡ ਬਣ ਕੇ ਆਈਏਗਾ ਠੀਕ ਹੈ ਉਹਨੇ ਹਾਫਿਜ਼ ਜੀ ਗਲਤੀ ਕੀਤੀ ਉਹਨੇ ਨੰਬਰ ਜਿਹੜਾ ਨਾ ਗਲਤ ਦੇ ਛੜਿਆ ਅੱਛਾ ਠੀਕ ਹੈ ਤੇ ਫਿਰ ਹਾਫਿਜ਼ ਜਿਹੜਾ ਮੈਂ ਉੱਥੇ ਗਿਆ ਟ੍ਰੇਨ ਦੇ ਸਟੇਸ਼ਨ ਤੇ ਉੱਥੇ ਮੈਂ ਜਿਹੜਾ ਨਾ ਜਾਣਾ ਸੀ ਉਹਨੇ ਕਿਹਾ ਤੂੰ ਬਹਿਣਾ ਤੇ ਕਫੀਸੀਆ ਜਿਹੜਾ ਨਾ ਐਂਡ ਵਾਲਾ ਸਟਾਪ ਉੱਥੇ ਤੂੰ ਉੱਤਰ ਜਾਣਾ ਮੈਂ ਸਹੀ ਹੈ ਅੱਛਾ ਹਾਫਿਜ਼ ਜੀ ਮੈਂ ਟ੍ਰੇਨ ਦੇ ਵਿੱਚ ਬੈਠਾ ਹਾਂ ਠੀਕ ਹੈ ਮੈਂ ਜਾ ਰਿਹਾ ਤੇ ਵਿੱਚ 2 ਪਾਕਿਸਤਾਨੀ ਹਨ ਐ ਸਾਈਡ ਤੇ ਖਲੋਤੇ ਨੇ ਤੇ ਮੈਂ ਜਿਹੜਾ ਨਾ ਉਦੋਂ ਹਾਫਿਜ਼ ਜੀ ਪੂਰਾ ਡਾਊਨ ਲੱਗਦਾ ਹਾਂ ਅੱਛਾ ਜੀ ਪੂਰਾ ਹੀਰੋ ਲੱਗਦਾ ਹਾਂ ਸੇ ਤੂੰ ਡਾਊਨ ਕੇ ਵੈਸੇ ਹਾਫਿਜ਼ ਜੀ ਪਤਾ ਨਹੀਂ ਪਛਾਣਿਆ ਹੀ ਜਾਂਦਾ ਬੰਦਾ ਪਾਕਿਸਤਾਨੀ ਹੈ ਕਿ ਇਹ ਗਰੀਕਾ ਵੇ ਮੈਂ ਅੱਜ ਖਲੋਤਾ ਵਾਂ ਤੇ ਉਹ ਬੰਦੇ ਮੈਨੂੰ ਵੇਖ ਕੇ ਨਾ ਮੈਂ ਕੱਪੜੇ ਮੇਰੇ ਨਵੇਂ ਆਏ ਹਨ ਮੈਂ ਪੈਂਟ ਸ਼ਰਟ ਬੂਟ ਪਾਏ ਹਨ ਵਾਹ ਮੈਂ ਪਪਸ਼ਾ ਮੈਂ ਇੰਜ ਚੀਰਵਾਂਦਾ ਹਾਂ ਅੱਛਾ ਇੰਜ ਮੈਂ ਜਿਹੜਾ ਨਾ ਡਾਊਨ ਬਣਿਆ ਹੁੰਦਾ ਮੈਂ ਇੰਜ ਦੀ ਕਟਰਿੰਗ ਕਰਾਂਦਾ ਹਾਂ ਇੰਜ ਹੈ ਤਾਂ ਹੁਣ ਮੈਂ ਇੰਜ ਪੂਰਾ ਲੱਗਦਾ ਹਾਂ ਜੀ ਤੇ ਉਹ ਮੈਨੂੰ ਗਾਲਾਂ ਕੱਢਣ ਲੱਗ ਪਏ ਉਹਨਾਂ ਨੇ ਸਮਝਿਆ ਮੈਂ ਗਰੀਕਾ ਵਾਂ ਅੱਛਾ ਉਹ ਆਂਦੇ ਨੇ ਯਾਰ ਇਹ ਗਰੀਕੇ ਇੰਜ ਨੇ ਇਹਨਾਂ ਨੂੰ ਗਾਲਾਂ ਕੱਢਣ ਲੱਗ ਮੈਂ ਤੇਰੀ ਮਿਹਰਬਾਨੀ ਮੈਂ ਪਾਕਿਸਤਾਨੀ ਆ ਯਾਰ ਮੈਨੂੰ ਗਾਲਾਂ ਨਾ ਕੱਢ ਆਂਦਾ ਯਾਰ ਸੋਰੀ ਮੈਂ ਇਹਨੂੰ ਸਮਝਿਆ ਸੀ ਕਿ ਤੂੰ ਗਰੀਕਾ ਵਾ ਮੈਂ ਹੱਲਾ ਦੇ ਬੰਦੇ ਹੁਣ ਹਰ ਬੰਦਾ ਹੀ ਤੁਸੀਂ ਇਹ ਸਮਝ ਰਿਹਾ ਫਿਰ ਹਾਫਿਜ਼ ਜੀ ਮੈਂ ਕਫੀਸੀਆ ਸਟਾਪ ਤੇ ਉਤਰਿਆ ਮੈਂ ਜਾ ਕੇ ਉੱਥੋਂ ਉਤਰ ਕੇ ਜਿਹੜਾ ਨਾ ਮੈਂ ਜਿਹੜਾ ਨਾ ਉੱਥੋਂ ਬੰਦੇ ਨੇ ਦੱਸਿਆ ਸੀ ਉਹਦੇ ਜਿੱਥੇ ਉਤਰਨਾ ਨਾ ਉੱਥੋਂ ਇੰਜ ਤੁਰੀ ਜਾਣਾ ਵੇ ਠੀਕ ਹੈ ਸੜਕ ਦੇ ਨਾਲ ਤੇ ਅੱਗੇ ਜਾ ਕੇ ਅੱਗੇ ਬੱਸ ਸਟੇਸ਼ਨ ਹੋਣਾ ਉੱਥੇ ਤੂੰ ਬਹਿਣਾ ਉੱਥੇ ਬੱਸ ਹੋਣੀ ਹੈ 4 ਨੰਬਰ ਤੂੰ ਬੱਸ ਉੱਤੇ ਬਹਿ ਕੇ ਤੂੰ ਜਾਣਾ ਅੱਛਾ ਮੈਂ ਹਾਫਿਜ਼ ਜੀ ਗਿਆ ਉੱਥੇ ਨਾਲ ਮੈਂ ਉੱਥੇ ਜਾ ਕੇ ਸਟੇਸ਼ਨ ਤੇ ਬਹਿ ਗਿਆ 5 ਮਿੰਟਾਂ ਬਾਅਦ ਜਿਹੜਾ ਨਾ ਬੱਸ ਆਈ ਹੈ ਮੈਂ ਬੱਸ ਦੇ ਵਿੱਚ ਹਾਫਿਜ਼ ਜੀ ਬੈਠਾ ਵਾਂ ਜਿਹੜਾ ਨਾ ਮੈਂ ਸਿੱਧਾ ਫਿਰ ਜਿਹੜਾ ਨਾ ਤਕਰੀਬਨ ਅੱਧਾ ਘੰਟਾ ਲੱਗਾ ਪਤਾ ਪੁਤਾ ਕੋਨੇ ਇਕੱਲਾ ਹੀ ਜਾ ਰਿਹਾ ਬਸ ਕੋਈ ਨਹੀਂ ਨਾਲ ਹੈ ਅੱਛਾ ਮੈਂ ਹਾਂ ਜਿਹੜਾ ਵੀ ਕੰਮ ਕਰਨਾ ਹਿੰਮਤ ਰੱਖ ਕੇ ਕਰਨਾ ਕਿਸੇ ਦੇ ਸਹਾਰੇ ਤੇ ਨਹੀਂ ਕਰਨਾ ਹੈ ਆਸਰੇ ਤੇ ਉਮੀਦ ਤੇ ਨਹੀਂ ਰਹਿਣੀ ਹੈ ਮੈਂ ਹਾਫਿਜ਼ ਜੀ ਉੱਥੇ ਜਾ ਕੇ ਉਤਰਿਆ ਐਮਬੈਸੀ ਦੇ ਵਿੱਚ ਠੀਕ ਹੈ ਉੱਥੇ ਮੈਂ ਉਤਰ ਕੇ ਮੈਂ ਤੁਰ ਕੇ ਗਿਆ ਤੇ 10 ਮਿੰਟ ਲੱਗੇ ਨੇ ਉੱਥੋਂ ਫਿਰ ਚੱਲ ਕੇ ਜਾਣਾ ਸੀ ਅੱਗੇ ਐਮਬੈਸੀ ਦੇ ਵਿੱਚ ਉੱਥੇ ਮੈਂ ਐਮਬੈਸੀ ਦੇ ਵਿੱਚ ਗਿਆ ਠੀਕ ਹੈ ਉੱਥੇ ਜਾ ਕੇ ਮੈਂ ਜਿਹੜਾ ਨਾ ਉਹਨਾਂ ਨੂੰ ਸ਼ਨਾਸੀ ਕਰ ਦਿੱਤਾ ਹਾਫਿਜ਼ ਜੀ ਐਡੇ ਬਗੈਰਤ ਨੇ ਉਹ ਬੰਦੇ ਯੂਨਾਨ ਦੇ ਵਿੱਚ ਜਿਹੜੇ ਪਾਕਿਸਤਾਨੀ ਐਮਬੈਸੀ ਦੇ ਵਿੱਚ ਲੱਗੇ ਨੇ ਹਾਫਿਜ਼ ਜੀ ਪਾਕਿਸਤਾਨੀਆਂ ਦੀ ਮਾਸਾ ਕਦਰ ਨਹੀਂ ਕਰਦੇ ਹੈ ਆਏ ਕੋਈ ਵੱਡਾ ਵੀ ਆਇਆ ਛੋਟਾ ਜਿਹਾ ਉਹਨਾਂ ਕਹਿਣਾ ਪਰਾਂ ਹੋ ਕੇ ਖਲੋ ਅੱਛਾ ਜੀ ਹਾਫਿਜ਼ ਜੀ ਉਹਨਾਂ ਨੂੰ ਅੱਲਾ ਕੋ ਡਰ ਹੀ ਨਹੀਂ ਲੱਗਦਾ ਹੈ ਵੱਡੇ ਛੋਟੇ ਦੀ ਇੱਜ਼ਤ ਕਰਨ ਦਾ ਹੀ ਨਹੀਂ ਪਤਾ ਹੈ ਉਹਨਾਂ ਨੂੰ ਪਤਾ ਅਸੀਂ ਪਿੱਛੇ ਸਾਡੀਆਂ ਫੈਮਲੀਆਂ ਕੋਠੀਆਂ ਕਾਰਾਂ ਨੇ ਸਾਨੂੰ ਟੈਨਸ਼ਨ ਨਹੀਂ ਇੱਥੇ ਅਸੀਂ 3-4 ਲੱਖ ਰੁਪਈਆ ਤਨਖਾਹ ਲੈਣ ਦੇ ਆ ਬਹੁਤੀ ਸਗੋਂ ਤੇ ਅਸੀਂ ਇੱਥੇ ਸੈੱਟ ਆ ਪੂਰੇ ਤੇ ਹਾਫਿਜ਼ ਜੀ ਇੰਨਾ ਕੁ ਮਸਲਨ ਕਿ ਬੇਇੰਤਹਾਈ ਕਰਦੇ ਨੇ ਤੁਸੀਂ ਵੀ ਗਏ ਹੋਣੇ ਹੋ ਸਹੀ ਹੈ ਉਹਨਾਂ ਨੂੰ ਮਾਸਾ ਤਰੀਕਾਕਾਰ ਨਹੀਂ ਹੈ ਪਤਾ ਕਿਸੇ ਨਾਲ ਗੱਲ ਕਿੰਜ ਕਰਨੀ ਹੈ ਠੀਕ ਹੈ ਉਹਨੂੰ ਬਾਹਰ ਜਾ ਖਿਲਾਰ ਛਣਗੇ ਤੁਸੀਂ ਇੰਜ ਕਰੋ
ਮੈਂ ਹਾਫਿਜ਼ ਜੀ ਫਿਰ ਉੱਥੇ ਗਿਆ ਉੱਥੇ ਜਾ ਕੇ ਮੈਂ ਸ਼ਨਾਖਤੀ ਕਾਰਡ ਪਰਚੀ ਇੱਕ ਲਈ ਹੈ, ਪਰਚੀ ਲੈ ਕੇ ਮੈਂ ਸ਼ਨਾਖਤੀ ਕਾਰਡ ਉਹਨਾਂ ਨੂੰ ਦਿੱਤਾ, ਠੀਕ ਹੈ। ਸ਼ਨਾਖਤੀ ਕਾਰਡ ਉਹਨਾਂ ਨੇ ਦਿੱਤਾ, ਸ਼ਨਾਖਤੀ ਕਾਰਡ ਆਂਦੇ ਨੇ ਜਾ ਹਈਏ ਆਂਦੇ ਨੇ ਜਾ ਫੋਟੋ ਕਾਪੀ ਇਹਦੀ ਕਰਾ ਕੇ ਲੈ। ਮੈਂ ਕਿਹਾ ਤੁਸੀਂ ਹੁਣ ਮੈਨੂੰ ਚੇਤਾ ਨਹੀਂ ਰਿਹਾ, ਤੁਸੀਂ ਕੋਲੋਂ ਫੋਟੋ ਕਾਪੀ ਕਰ ਮੈਂ ਤੁਹਾਨੂੰ ਪੈਸੇ ਦੇ ਛੱਡਣਾ। ਮੈਂ ਕਿਹਾ ਨਹੀਂ ਉਹ ਹਜੇ ਤਾਂ ਕੋਲ ਪਿਆ ਸੀ ਫੋਟੋ ਕਾਪੀ ਕਰਨਾ। ਆਂਦਾ ਨਹੀਂ ਜਾ ਬਾਹਰੋਂ ਕਰਾ ਕੇ ਲਿਆ। ਮੈਂ ਹਾਫਿਜ਼ ਜੀ ਫਿਰ ਬਾਹਰ ਗਿਆ ਹਾਂ, ਉੱਥੇ ਚਾਚੇ ਦੇ ਉਹਨੇ ਦੱਸਿਆ ਕਿ ਉਸ ਦੁਕਾਨ ਫੋਟੋ ਕਾਪੀਆਂ ਵਾਲੀ, ਉੱਥੇ ਮੈਂ ਜਾ ਕੇ ਫੋਟੋ ਕਾਪੀ ਕਰਾਈ, ਉਹਨਾਂ ਨੇ ਲਿਆ ਕੇ ਮੈਂ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਦਿੱਤੀ ਹੈ। ਜਿਹੜਾ ਮੇਰਾ ਪਾਸਪੋਰਟ ਗਵਾਚਿਆ ਸੀ ਮੈਂ ਉਹਦੀ ਫੋਟੋ ਕਾਪੀ ਦਿੱਤੀ ਹੈ, ਠੀਕ ਹੈ। ਫੋਟੋ ਕਾਪੀ ਦੇ ਕੇ ਹਾਫਿਜ਼ ਜੀ ਮੈਂ ਪਾਸਪੋਰਟ ਜਿਹੜਾ ਆਪਣਾ ਜਮ੍ਹਾਂ ਕਰਵਾਇਆ 85 ਯੂਰੋ ਜਿਹੜਾ ਨਾ ਫੀਸ ਲੱਗੀ ਸੀ, ਅੱਛਾ ਠੀਕ ਹੈ। ਤੇ ਉਹਨਾਂ ਆਖਿਆ ਮਹੀਨੇ ਬਾਅਦ ਜਿਹੜਾ ਨਾ ਤੇਰਾ ਪਾਸਪੋਰਟ ਆਏਗਾ ਤਾਂ ਅਰਜੈਂਟ ਤੁਸੀਂ ਕਢਵਾਉਣਾ ਤੇ 150 ਯੂਰੋ ਲੱਗਦਾ ਹੈ। ਅੱਛਾ ਹਾਫਿਜ਼ ਜੀ ਮੈਂ ਪਾਸਪੋਰਟ ਜਮ੍ਹਾਂ ਕਰਵਾਇਆ ਤੇ ਮੈਂ ਪਾਸਪੋਰਟ ਜਿਹੜਾ ਨਾ ਮੈਂ ਜਮ੍ਹਾਂ ਕਰਵਾ ਕੇ ਨਾ ਤੇ ਉੱਥੋਂ ਹੀ ਉਹੀ ਰਾਤ ਮੈਂ ਬੈਠਾ ਪੁਲਿਸ ਵਾਲਿਆਂ ਕੋਲ ਬਚ ਪੁੱਛ ਕੇ। ਪੁਲਿਸ ਵਾਲੇ ਉਂਝ ਮੈਨੂੰ ਪਛਾਣ ਨਹੀਂ ਸਕਦੇ ਕਿ ਬੰਦਾ ਪਾਕਿਸਤਾਨੀ ਹੈ, ਗਰੀਕ ਹੈਗਾ ਪਾਕਿਸਤਾਨ ਪਗਰੀ ਕਹਿ ਕੇ ਪਾਕਿਸਤਾਨੀ। ਕੱਦ ਵੀ ਹਾਫਿਜ਼ ਜੀ ਮਾਸ਼ਾਅੱਲਾ ਬੜਾ ਹੀ ਠੀਕ ਹੈ। ਤੇ ਉਹ ਤੁਹਾਨੂੰ ਅੱਗੇ ਹੀ ਆਉਂਦੀ ਹੋਣੀ ਇਹ ਲੜਤੀ ਕਾਨੇ ਸੇ ਕਾਲਾ ਇਹ ਲੜੇ ਫਿਲੇ ਮੁੱਤਿਕਾਨਿਸ ਓਲਾ ਕਾਲਾ ਕਾਲਾ ਇਸੇ ਇਹ ਛੋਟੀਆਂ ਮੋਟੀਆਂ ਹਾਫਿਜ਼। ਫਿਰ ਹਾਫਿਜ਼ ਜਿਹੜਾ ਨਾ ਮੈਂ ਉੱਥੋਂ ਆਇਆ ਵਾਂ, ਠੀਕ ਹੈ। ਮੈਂ ਘਰ ਆਇਆ, ਮੈਂ ਹੁਣ ਜਿਹੜਾ ਨਾ ਮੈਂ ਆਪਣਾ ਪਾਸਪੋਰਟ ਹੱਥਰ ਨੂੰ ਆਖਿਆ ਮੈਂ ਜਮ੍ਹਾਂ ਕਰਾਇਆ। ਆਂਦਾ ਤੂੰ ਉੱਥੋਂ ਪਾਸਪੋर्ट अपना ले लेगा, मेरा चलो फेमीगाम का आइएगा, सही है। अच्छा ओ काट आइएगा। मैं चलो ठीक हो गया। इंतज़ार करता रहा हाफिज़ जी। फिर उतों थोड़ी बहुत सख्ती भी होने लग पई। मैं बाहर जाता हाँ फिरदा टुरदा हाँ पूरा मैथन शेरा ना शहर फिर छड़िया ही। अच्छा मेरा काम ही है, मैं हूँ वेले हाँ की करना मैं कोई भैं सिस्टम कोई यारां दोस्तां दे नाल फिरीदा ही। मेरे अपना कज़न ही जिहड़ा मेरा उहदे नाल ही बाहर फिरन टुरन जांदे हाँ। अच्छा ते फिर हाफिज़ जी जिहड़ा ना असी एक तकरीबन मैं जिहड़ा ना 15 दिनों बाद मैं फिर एम्बैसी च तुर गया, ठीक है। मैं मैनू मेरा पासपोर्ट की पता छेती आ गया होवे। उन्हें आख्या नहीं महीने बाद आना। मैं चलो सही हो गया। एक चक्कर हो गया। फिर हाफिज़ जी मैं 25 दिन होए तो मैं फिर जिहड़ा ना मैं कल्ले ही फिर गया हाँ, कोई नहीं नाल गया है। अच्छा फिर हाफिज़ जी मैं उत्थे बैठा होई हिसाब बसां दे ट्रेन के उत्ते मैं गया वहाँ, ठीक है। उत्थे मैं एम्बैसी गया वहाँ, उत्थे जाके उन्होंने मैं अपना जिहड़ा ना वो शनाखती कार्ड दिता ना, उन्हें जिहड़ा मैनूं टोकन दिता है वो भी मैं नाल दिता, ठीक है। तो उन्हें जिहड़ा ना मैनूं पासपोर्ट जिहड़ा ना मेरा हाफिज़ जी दे छड़िया। हाँ ਤੇ ਮੈਂ ਪਾਸਪੋਰਟ ਵੇਖਿਆ, ਮੈਂ ਕਿਹਾ ਵਾਹ ਪਾਸਪੋਰਟ ਵੀ ਆ ਗਿਆ ਜਿਹੜਾ ਮੈਂ ਰਾਨ ਦੇ ਵਿੱਚ ਸੁੱਟ ਕੇ ਆਇਆ ਹਾਂ ਇੰਜ ਪਾੜ ਕੇ। ਪਾਸਪੋਰਟ ਲੱਭ ਗਿਆ ਸੀ? ਪਾਸਪੋਰਟ 5 ਦਿਨਾਂ ਬਾਅਦ ਉਹਨਾਂ ਪਾਸਪੋਰਟ ਦੇ ਛੜਿਆ। ਜਲਦੀ ਆ ਗਿਆ ਮੈਂ। ਹਾਫਿਜ਼ ਜੀ ਬੰਦਿਆਂ ਨੂੰ ਜਿਹੜੇ ਬੰਦੇ ਨਵੇਂ ਨਵੇਂ ਜਨਾਨ ਜਾਂਦੇ ਨੇ ਉਹਨਾਂ ਨੂੰ ਕਿਸੇ ਗੱਲ ਦਾ ਨਹੀਂ ਪਤਾ ਹੈ ਤੇ ਮੈਨੂੰ ਪਤਾ ਬੰਦੇ ਕੀ ਆਂਦੇ ਹਨ। ਅੱਛਾ ਆਂਦੇ ਹਨ ਯਾਰ ਤੈਨੂੰ ਵਾਕਈ 1.5-2 ਮਹੀਨੇ ਹੋਏ ਨੇ ਇੱਥੋਂ ਆਇਆ ਆ ਯੂਨਾਨ ਦੇ ਵਿੱਚ ਤੇ ਯਕੀਨ ਨਹੀਂ ਹੁੰਦਾ ਤੈਨੂੰ ਏਡੀ ਛੇਤੀ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਗਿਆ। ਅੱਛਾ ਜੀ। ਹਾਫਿਜ਼ ਜੀ ਜਦੋਂ ਕੰਮ ਵਾਲ ਇਹੋ ਜਿਹੀਆਂ ਚੀਜ਼ਾਂ ਨਾਲ ਜ਼ਿੰਦ ਰਾਈ ਹੈ ਨਾ ਤੇ ਬੰਦੇ ਨੂੰ ਐਟੋਮੈਟਿਕ ਪਤਾ ਲੱਗ ਯਾਰ ਜਾਂਦਾ। ਘੱਟੋ ਘੱਟ 6 ਮਹੀਨੇ ਲੱਗਦੇ ਨੇ ਪਾਸਪੋਰਟ ਆਉਣ ਤੇ ਪਾਕਿਸਤਾਨ ਚ ਬਣ ਕੇ। ਹਾਫਿਜ਼ ਜੀ ਮੈਂ ਤੁਹਾਡੀ ਗੱਲ ਸਮਝਣਾ ਵਾ, ਜਿਹੜੇ 6 ਮਹੀਨੇ ਉਹਨਾਂ ਬੰਦਿਆਂ ਦੇ ਲੱਗਦੇ ਨੇ ਪਾਸਪੋਰਟ ਸ਼ਨਾਖਤੀ ਕਾਰਡ ਬਣਨ ਲੱਗੇ ਆ ਜਿਨ੍ਹਾਂ ਬੰਦਿਆਂ ਦਾ ਅੱਗੇ ਸ਼ਨਾਖਤੀ ਕਾਰਡ ਪਾਸਪੋਰਟ ਨਾ ਬਣਿਆ ਹੋਵੇ, ਅੱਛਾ ਜੀ। ਠੀਕ ਹੈ। ਜਿਹੜੇ ਬੰਦੇ ਦਾ ਪਾਸਪੋਰਟ ਅੱਗੇ ਨਹੀਂ ਬਣਿਆ, ਸ਼ਨਾਖਤੀ ਕਾਰਡ ਅੱਗੇ ਨਹੀਂ ਬਣਿਆ, ਉਹ ਜਮ੍ਹਾਂ ਕਰਾਂਦਾ ਉਹਦਾ 6 ਮਹੀਨਿਆਂ ਬਾਅਦ ਹੋਣਾ ਸ਼ਨਾਖਤੀ ਕਾਰਡ। ਤੁਸੀਂ ਜਿਹੜਾ ਸ਼ਨਾਖਤੀ ਕਾਰਡ ਸੀ ਉਹ ਨਾਲ ਜਮ੍ਹਾਂ ਕਰਾਇਆ ਸੀ ਕਿ ਸਿਰਫ ਫੋਟੋ ਕਾਪੀ ਦਿੱਤੀ? ਨਾ ਨਾ ਸਿਰਫ ਉਹਦੀ ਮੈਂ ਫੋਟੋ ਕਾਪੀ ਦੀ ਸੀ। ਉਹਨਾਂ ਨੂੰ ਵਿਖਾਇਆ ਵੀ ਨਹੀਂ ਸੀ ਕਰੋ ਜੀ ਨਾਲ ਆਜ ਮੇਰੇ? ਨਹੀਂ ਨਹੀਂ ਪਹਿਲਾਂ ਉਹਨਾਂ ਓਰੀਜਨਲ ਵਿਖਾਇਆ ਸੀ ਤੇ ਉਹਨਾਂ ਪਹਿਲਾਂ ਉਹਨਾਂ ਫੋਟੋ ਕਾਪੀ ਵਿਖਾ ਕੇ ਫਿਰ ਉਹਨਾਂ ਨੂੰ ਓਰੀਜਨਲ ਵਿਖਾਇਆ ਸੀ ਤੇ ਫਿਰ ਫੋਟੋ ਕਾਪੀ ਦੇ ਉੱਤੇ ਪਾਸਪੋਰਟ ਨੇ ਸ਼ਨਾਖਤੀ ਕਾਰਡ ਨਹੀਂ ਬਣਾ ਕੇ ਦਿੰਦੇ ਅੱਛਾ ਹੈ। ਜੀ। ਫਿਰ ਹਾਫਿਜ਼ ਜੀ ਜਿਹੜਾ ਨਾ ਮੈਨੂੰ ਪਾਸਪੋਰਟ ਲੱਭਾ ਤੇ ਹੁਣ ਮੈਂ ਮਿਹਨਤਾਂ ਕਰੋ ਮਜ਼ਦੂਰੀਆਂ ਕਰਨ ਵੀਰ ਹੋਣਾ ਬਹੁਤ ਜ਼ਰੂਰੀ ਹੈ। ਫਿਰ ਹਾਫਿਜ਼ ਜੀ ਜਿਹੜਾ ਹੁਣ ਮੈਂ ਹੁਣ ਚੋਰ ਬਜ਼ਾਰੀਓ ਬੰਦਾ ਫੀਮੀ ਆਮ ਕਾ ਤੇ ਏਕਾ। ਅੱਛਾ ਠੀਕ ਹੈ। ਤੇ ਮੈਂ 2 ਨੰਬਰ 2 ਨੰਬਰ ਬੰਦਾ ਹੋਵੇ, ਓਰੀਜਨਲ ਨਹੀਂ ਬੰਦਾ ਹੈ ਉਹ। ਸਿਰਫ ਤੁਸੀਂ ਕੰਮ ਤੇ ਲੱਗਣ ਵਾਸਤੇ ਕਰ ਸਕਦੇ ਹੋ। ਜੇ ਪੁਲਿਸ ਵਾਲਿਆਂ ਤੋਂ ਪੁਲਿਸ ਵਾਲੇ ਅਗਰ ਫੜ ਲੈਣ ਨਾ ਤੇ ਵੇਖ ਕੇ ਅਗਰ ਛੱਡ ਛੱਡਣ ਤੇ ਫਿਰ ਉਹਨਾਂ ਦੇ ਸਮਝੋ ਤੁਹਾਡੀ ਕਿਸਮਤ ਹੈ। ਤੇ ਅਗਰ ਤੁਹਾਨੂੰ ਫੜ ਕੇ ਥਾਣੇ ਲੈ ਜਾਂਦੇ ਨੇ ਚੈੱਕ ਕਰਦੇ ਨੇ ਫੀਮੀ ਆਮ ਕਾ ਤੇ ਫਿਰ ਤੁਸੀਂ 6 ਮਹੀਨਿਆਂ ਵਾਸਤੇ ਅੰਦਰ ਹੋ। ਸਹੀ ਹੋ ਗਿਆ। ਠੀਕ ਹੈ। ਮੈਂ ਹਾਫਿਜ਼ ਜੀ ਫਿਰ ਜਿਹੜਾ ਨਾ ਗਿਆ ਉੱਥੇ ਐਨਜੀ ਮੇਰੇ ਉੱਥੇ ਜਾਂਦਾ ਹਾਂ ਤੇ ਬੰਦੇ ਨਾਲ ਇੱਕ ਗੱਲਬਾਤ ਹੋਈ, ਠੀਕ ਹੈ। ਪਹਿਲਾਂ ਮੈਂ ਆਪਣੇ ਮੇਰੀ ਖਾਲਾ ਦਾ ਮੁੰਡਾ ਸੀ, ਮੈਂ ਉਹਦੇ ਨਾਲ ਗੱਲ ਕੀਤੀ, ਆਂਦਾ ਬੰਦਾ ਹੈ ਵੇ ਕਿ ਤੇਰਾ ਨੇ 200-250 ਯੂਰੋ ਲੈਣਾ। ਮੈਂ ਕਿਹਾ ਚੱਲ ਠੀਕ ਹੈ ਬਣਵਾ ਦੇ। ਤੇ ਹਾਫਿਜ਼ ਜੀ ਜਿਹੜਾ ਨਾ ਉਹਨੇ ਉਹ ਤਕਰੀਬਨ ਮੈਂ ਜਮ੍ਹਾਂ ਕਰਾਉਣਾ ਸੀ ਆਪਣਾ ਪਾਸਪੋਰਟ ਤੇ ਪਾਸਪੋਰਟ ਆਂਦਾ ਦੇਣਾ ਪੈਣਾ ਮੈਂ। ਅੱਛਾ ਮੈਂ ਕਿਹਾ ਯਾਰ ਪਾਸਪੋਰਟ ਨਹੀਂ ਦੇਣਾ ਹੈ, ਮੇਰੇ ਪਾਸਪੋਰਟ ਤੇ ਕੱਲ ਨੂੰ ਗਲਤ ਤਰੀਕੇ ਵੀ ਹੋ ਸਕਦੇ ਨੇ। ਮੈਂ ਫੋਟੋ ਕਾਪੀ ਆਂਦੇ ਤੇ ਮੈਂ ਦੇ ਛੱਡਣਾ, ਮੈਂ ਓਰੀਜਨਲ ਨਹੀਂ ਦੇਣਾ। ਆਂਦੇ ਨੇ ਉਹਨੂੰ ਦੇਣਾ ਹੋਵੇ ਤੇ ਉਹ ਤੈਨੂੰ ਲੱਭਣਾ ਤਕਰੀਬਨ 15 ਦਿਨਾਂ 20 ਦਿਨਾਂ ਬਾਅਦ। ਮੈਂ ਕਿਹਾ ਮੈਨੂੰ ਫੀਮੀ ਆਮਕਾ ਨਹੀਂ ਚਾਹੀਦਾ, ਮੈਂ ਆਪਣਾ ਪਾਸਪੋਰਟ ਕਿਸੇ ਨੂੰ ਦੇਣਾ ਨਹੀਂ। ਇੱਥੇ ਭਰਾਵਾ ਕੋਈ ਕਿਸੇ ਨੂੰ ਕਤਲ ਕਰਕੇ ਹਾਫਿਜ਼ ਜੀ ਉੱਥੇ ਪਾਸਪੋਰਟ ਛੋੜ ਛੜੇ ਤੇ ਮੈਂ ਹਰਕਤਾਂ ਦੇ ਮੈਂ ਸਾਰੀ ਉਮਰ ਵਾਸਤੇ ਅੰਦਰ, ਸਹੀ ਹੈ। ਮੈਨੂੰ ਫਾਂਸੀ ਦੇ ਛੜਨ, ਬਿਲਕੁਲ ਸਹੀ ਹੈ। ਤੇ ਮੈਂ ਉਹ ਤੋਂ ਨਾਲ ਹੀ ਜਿਹੜਾ ਨਾ ਉਹ ਕੀ ਕੀਤਾ ਅੱਲਾ ਨੂੰ ਜਿਹੜਾ ਨਾ ਯੂਨਾਨ ਵਾਲੇ ਜਿਹੜਾ ਨਾ ਗੌਰਮੈਂਟ ਨੇ ਉਹ ਫੀਮੀ ਆਮਕੇ ਜਿਹੜੇ ਨੇ ਉਹ ਬਲਾਕ ਕਰਨ ਲੱਗ ਪਏ ਜਿਨ੍ਹਾਂ ਨੇ ਪਾਸਪੋਰਟ ਦੇ ਉੱਤੇ ਕਢਵਾਏ ਹਨ। ਅੱਛਾ ਜੀ। ਠੀਕ ਹੈ। ਮੈਂ ਕਿਹਾ ਚਲੋ ਚੰਗਾ ਹੋ ਗਿਆ, ਮੇਰਾ 200-250 ਯੂਰੋ ਬਚ ਗਿਆ, ਮੈਂ ਨਹੀਂ ਬਣਵਾਇਆ ਹੈ, ਠੀਕ ਹੈ। ਤੇ ਫਿਰ ਹਾਫਿਜ਼ ਜੀ ਨਾਲ ਹੁਣ ਅੱਬੂ ਨੂੰ ਆਖਿਆ, ਮੈਂ ਕਿਹਾ ਅੱਬੂ ਜੀ ਹੁਣ ਮੇਰੇ ਪਾਸਪੋਰਟ ਦੇ ਉੱਤੇ ਤੇ ਮੈਂ ਤਦ ਬਣਵਾਉਣ ਡਿਆ ਫੀਮੀ ਆਮਕਾ ਪਾਸਪੋਰਟ ਤੇ ਬਣਵਾਉਣ ਡਿਆ, ਕੱਲ ਨੂੰ ਤੁਹਾਡੇ ਪੇਪਰ ਬਣਨ ਦੇ ਵੀ ਚਾਂਸ ਹੈ ਨੇ। ਬਿਲਕੁਲ। ਤੇ ਜਦੋਂ ਮੈਨੂੰ ਇੱਥੋਂ ਪਤਾ ਲੱਗ ਗਿਆ ਨਾ ਹੁਣ ਇਹ ਤੋਂ ਕੰਮ ਨਹੀਂ ਹੋ ਸਕਦਾ, ਮੈਂ ਆਪਣਾ ਪਾਸਪੋਰਟ ਸ਼ਨਾਖਤੀ ਕਾਰਡ ਠੱਪਿਆ, ਉਹਨੂੰ ਰੱਖਿਆ, ਉਹਨੂੰ ਮੈਂ ਅਲਮਾਰੀ 'ਚ ਰੱਖ ਛੜਿਆ। ਮੈਂ ਹੁਣ ਤੂੰ ਰੈਸਟ ਕਰ।
ਤੇ ਫਿਰ ਹਾਫਿਜ਼ ਜਿਹੜਾ ਨਾ ਹੁਣ ਮੈਂ ਛੋਟੀ ਉਮਰ ਕਰਾ ਕੇ ਨਾ ਮੈਂ ਆਪਣਾ ਕਾਰਡ ਬਣਵਾਉਣਾ ਜੀ ਨਾਮ ਦਾ। ਅੱਛਾ ਤੇ ਹਾਫਿਜ਼ ਜਿਹੜਾ ਨਾ ਮੈਂ ਆਪਣਾ ਅੱਬੂ ਨੂੰ ਫੋਨ ਕੀਤਾ, ਮੈਂ ਕਿਹਾ ਅੱਬੂ ਜੀ ਜਿਹੜਾ ਨਾ ਅਸਲ ਕੇ ਕੀ ਹੋਇਆ ਪਿੱਛੋਂ ਅੰਮੀ ਮੇਰੇ ਨੇ ਜਿਹੜਾ ਨਾ ਅੰਮੀ ਮੇਰੀ ਉਦੋਂ ਪੜ੍ਹੇ ਨਹੀਂ ਹੈ ਤੇ ਅਸੀਂ ਛੋਟੇ ਛੋਟੇ ਹਾਂ ਤੇ ਅੰਮੀ ਮੇਰੇ ਯੂਨੀਅਨ ਕਾਉਂਸਲ ਗਏ ਨੇ, ਉੱਥੇ ਪੈਸੇ ਦਿੱਤੇ ਨੇ। ਅੱਬੂ ਮੇਰੇ ਯਨਾਨ ਹੁੰਦੇ ਹਨ, ਖੁੱਲਾ ਪੈਸਾ ਹੀ ਅੰਮਾ ਮੇਰੇ ਕੋਲ। ਅੱਬੂ ਤੁਹਾਡੇ ਜਨਾਰ ਹੈ ਕਿ ਅੱਬੂ ਮੇਰੇ ਯਨਾਨ ਹੁੰਦੇ ਹਨ, ਮੈਂ ਦੱਸਣਾ 1 ਮਿੰਟ ਤੁਹਾਨੂੰ ਹਾਫਿਜ਼ ਜੀ। ਤੇ ਫਿਰ ਜਿਹੜਾ ਨਾ ਅੰਮਾ ਮੇਰੇ ਕੋਲ ਖੁੱਲਾ ਪੈਸਾ ਹੀ, ਟੈਨਸ਼ਨ ਨਹੀਂ ਹੈ। ਤੇ ਅੰਮੀ ਮੇਰੀ ਗਏ ਨੇ ਯੂਨੀਅਨ ਕਾਉਂਸਲ ਦੇ ਵਿੱਚ, ਉੱਥੇ ਪੈਸੇ ਸੱਟੇ ਨੇ ਇੰਜ ਨਾਲ ਹੀ ਜਿਹੜਾ ਨਾ ਉਹਨਾਂ ਉਮਰਾਂ ਜਿਹੜੀਆਂ ਨੇ ਜਿੱਥੇ ਉਮਰਾਂ 18 19 ਸਾਲ ਹੀ, ਉੱਥੇ 24 ਸਾਲ ਲਹਵਾ ਛੜੀ ਉਮਰ। ਜਾਓ ਸੱਤੇ ਹੀ ਖੈਰਾਂ ਨੇ ਤੁਹਾਡੀਆਂ। ਅੱਛਾ ਜੀ। ਤੇ ਹੁਣ ਹਾਫਿਜ਼ ਜੀ ਮੇਰੀ 19 ਘਰੇ 20 ਸਾਲ ਉਮਰ ਹੈ ਤੇ ਉੱਥੇ ਪਾਸਪੋਰਟ ਦੇ ਉੱਤੇ ਮੇਰੀ 22 23 ਸਾਲ ਇੰਨੀ ਮੇਰੀ ਉਮਰ ਪਰ ਛੜੀ ਹੈ। ਹਾਂ ਸਭ ਤੋਂ ਵੱਡੀ ਆ ਗਲਤੀ ਹੋ ਗਈ ਬੜੀ ਵੱਡੀ। ਸਹੀ ਹੋ ਤੇ ਉਹਦਾ ਅੰਮੀ ਮੇਰੀ ਹੋਰ ਪਤਾ ਨਹੀਂ ਹੈ। ਮੈਂ ਨਹੀਂ ਤੇ ਮੇਰੀ ਉਮਰ ਥੋੜੀ ਹੁੰਦੀ ਤੇ ਮੈਂ ਕੱਲ ਨੂੰ ਉੱਥੇ ਆਪਣੀ ਤਰੀਬ ਦਾ ਹੀ ਪਰਚੀ ਮੰਗਵਾ ਕੇ ਮੈਂ ਆਪਣਾ ਕਾਰਡ ਬਣਵਾ ਸਕਦਾ। ਮੈਂ ਫਿਰ ਹਾਫਿਜ਼ ਜੀ ਜਿਹੜਾ ਨਾ ਫੋਨ ਕੀਤਾ ਪਿੱਛੇ, ਮੈਂ ਕਿਹਾ ਅੱਬੂ ਜੀ ਮੈਨੂੰ ਜਿਹੜਾ ਨਾ ਛੋਟੀ ਉਮਰ ਦੀ ਜਿਹੜਾ ਨਾ 17 ਸਾਲ 11 ਮਹੀਨਿਆਂ ਦੀ ਮੈਨੂੰ ਪਰਚੀ ਬਣਵਾ ਕੇ ਨਾ ਤੁਸੀਂ ਘੱਲੋ। ਅੱਛਾ 11 ਮਹੀਨਿਆਂ ਦੀ ਹੋਈ ਹੈ, 10 ਮਹੀਨਿਆਂ ਦੀ ਹੋਈ ਹੈ, ਠੀਕ ਹੈ। ਤੁਸੀਂ ਪਰਚੀ ਘੱਲੋ, ਜਿੰਨੇ ਪੈਸੇ ਲੱਗਦੇ ਨੇ ਤੁਸੀਂ ਲਾਓ। ਅੱਬੂ ਗਏ ਨੇ ਉੱਥੇ, ਕਿੰਨੇ ਪੈਸੇ ਦਿੱਤੇ ਨੇ ਮੈਨੂੰ ਨਹੀਂ ਪਤਾ ਹੈ। ਉੱਥੇ ਜਾ ਕੇ ਅੱਬੂ ਨੇ ਜਿਹੜਾ ਨਾ 10,000 ਰੁਪਏ ਦਿੱਤਾ ਹੋਣਾ, ਇੰਨੇ ਹੀ ਲੱਗਦੇ ਨੇ। ਅੱਛਾ ਤੇ ਕਾਗਜ਼ਾਂ ਦੇ ਉੱਤੇ ਤਸਵੀਰ ਹੋਣੀ ਚਾਹੀਦੀ ਹੈ ਤਰੀਫਦਾਇਸ਼ ਦੀ ਪਰਚੀ ਦੇ ਉੱਤੇ। ਇਹ ਜਿਹੜੀ ਸਾਡੇ ਪਾਕਿਸਤਾਨ ਦੇ ਵਿੱਚ ਤਰੀਫਦਾਇਸ਼ ਦੀਆਂ ਪਰਚੀਆਂ ਨਹੀਂ ਹੁੰਦੀਆਂ, ਉੱਥੇ ਯੂਨਾਨ ਦੇ ਵਿੱਚ ਉਹ ਪਰਚੀਆਂ ਨਹੀਂ ਮੰਨਦੇ ਹੈ। ਅੱਛਾ ਹਾਫਿਜ਼ ਜਿਹੜਾ ਨਾ ਉੱਤੇ ਉਹ ਫਿਰ ਮੈਂ ਪਰਚੀ ਜਿਹੜੀ ਹੈ ਨਾ ਅੱਬੂ ਹੋਰਾਂ ਕਢਵਾਈ ਤੇ ਅੱਬੂ ਆਂਦੇ ਨੇ ਹੁਣ ਪੁੱਤਰ ਤੈਨੂੰ ਘੱਲਾਂ। ਮੈਂ ਕਿਹਾ ਹਾਂਜੀ ਅੱਬੂ ਜੀ ਤੁਸੀਂ ਜਿਹੜਾ ਨਾ ਪਰਚੀ ਮੈਨੂੰ ਘੱਲਣੀ ਹੈ। ਬੰਦੇ ਇੱਕ ਨੇ ਆਉਣਾ ਸੀ ਪਾਕਿਸਤਾਨ ਨੂੰ, ਠੀਕ ਹੈ, ਉੱਥੋਂ ਸੰਭੜਿਆਲ ਤੋਂ ਨੇ ਆਉਣਾ ਸੀ। ਤੇ ਅੱਬੂ ਹੋਰਾਂ ਮੈਂ ਅੱਬੂ ਹੋਰਾਂ ਦੱਸਿਆ, ਮੈਂ ਕਿਹਾ ਜੀ ਉਹ ਇੰਝ ਬੰਦਾ ਵੇ, ਅੱਬੂ ਹੋਰਾਂ ਦਾ ਰਿਸ਼ਤੇਦਾਰ ਸੀ ਤੇ ਤੁਹਾਡੇ ਮਾਸੀ ਦਾ ਮੁੰਡਾ ਜੋ ਵੀ ਹੈ ਤੇ ਉਹਦੇ ਹੱਥ ਜਿਹੜਾ ਨਾ ਉਹ ਦੇ ਦਿਓ ਤੇ ਉਹ ਜਿਹੜਾ ਨਾ ਲੈ ਆਵੇਗਾ। ਹਾਫਿਜ਼ ਜੀ ਉਹ ਬੰਦਾ ਆਇਆ, ਉਹਨੇ ਮੈਨੂੰ ਤਰੀਫਦਾਇਸ਼ 22 ਆਇਆ, ਠੀਕ ਹੈ, ਉਹਨੇ ਮੈਨੂੰ ਤਰੀਫਦਾਇਸ਼ ਦੀ ਪਰਚੀ ਦਿੱਤੀ ਹੈ। ਤਰੀਫਦਾਇਸ਼ ਹਾਫਿਜ਼ ਜੀ ਪਰਚੀ ਦਿੱਤੀ ਹੈ ਤੇ ਮੈਂ ਹੁਣ ਮੈਂ ਜਾਣਾ ਲਾਰੀ ਸਾਥ, ਮੈਂ ਕਾਰਡ ਬਣਵਾਉਣਾ। ਅੱਛਾ ਵੈਲ ਡਰੈਸ ਹੋਇਆ ਹਾਂ ਹਾਫਿਜ਼ ਜੀ। ਕਾਰਡ ਕਿਹੜਾ ਬਣਵਾਉਣਾ? ਸ਼ਨਾਖਤੀ ਤੇ ਅੱਗੇ ਵਾਈਟ ਕਾਰਡ ਮੇਰਾ ਜਿਹੜਾ ਕਾਰਡ ਬਣਿਆ, ਮੈਂ ਦੋਸਤਾਂ ਨੂੰ ਉਹਦੀ ਤਸਵੀਰ ਵੀ ਵਿਖਾਵਾਂਗਾ, ਠੀਕ ਹੈ। ਬਾਅਦ ਚ ਆਖਣ ਨਾ ਯਾਰ ਕਿ ਮੁੰਡਾ ਝੂਠ ਮਾਰਦਾ ਪਿਆ, ਠੀਕ ਹੈ। ਅੱਛਾ ਵਾਈਟ ਕਾਰਡ, ਉਹ ਵਾਈਟ ਕਾਰਡ ਹਾਫਿਜ਼ ਜੀ ਜਿਹੜਾ ਯੂਨਾਨ ਦੇ ਵਿੱਚ ਬਣਦਾ। ਇਹ ਦੋਸਤੋ ਇਹ ਕਾਰਡ ਜੇ ਯੂਨਾਨ ਦਾ, ਇਹ ਕਾਰਡ ਜੇ ਗੌਰ ਨਾਲ ਤੱਕੋ, ਠੀਕ ਹੈ। ਇਹ ਮੇਰਾ ਯੂਨਾਨ ਦੇ ਵਿੱਚ ਕਾਰਡ ਬਣਿਆ ਸੀ, ਮੈਂ ਤੁਹਾਨੂੰ ਇਹ ਵੀ ਦੱਸਣਾ ਕਿਹੜੇ ਕਿੰਜ ਬਣਿਆ ਸੀ, ਠੀਕ ਹੈ। ਅੱਛਾ ਇਹ ਸਾਰਾ ਯੂਨਾਨ ਵਾਲਾ ਹਾਫਿਜ਼ ਜੀ ਵੇਖੋ ਮੇਰਾ ਕਹਿੰਦਾ ਉੱਥੇ ਮੂੰਹ ਹਜੇ ਕਿੰਜ ਦਾ ਸੀ? ਸਿਹਤ ਮੇਰੀ ਵੇਖੋ ਤੇ ਕਿੱਡੀ ਡਾਊਨ ਸੀ। ਤੇ ਮੈਂ ਹਾਫਿਜ਼ ਜਿਹੜਾ ਨਾ ਹੁਣ ਮੈਂ ਇਹ ਕਾਰਡ ਦੋਸਤਾਂ ਨੂੰ ਵਾਚੋ ਤੇ ਮੈਂ ਹਾਫਿਜ਼ ਮੈਂ ਇਹਨਾਂ ਨੂੰ ਭਾਈ ਹੋਰਾਂ ਨੂੰ ਇਹ ਵੀ ਦੱਸਾਂਗਾ ਕਿ ਇਹ ਕਾਰਡ ਕਿੰਜ, ਜਿਹੜੇ ਭਰਾ ਯੂਨਾਨ ਦੇ ਵਿੱਚ ਨੇ ਜਾਂ ਉਹਨਾਂ ਨੂੰ ਮੈਂ ਦੱਸਾਂਗਾ ਕਾਰਡ ਹੀ ਵਾਈਟ ਕਾਰਡ ਕਿੰਜ ਬਣਦਾ। ਫੀਮੀਆਂ ਮਕਾ ਏਕਾ ਵੀ ਦੱਸਾਂਗਾ ਇਹ ਕਿੰਜ ਬਣਦਾ, ਠੀਕ ਹੈ। ਹਾਫਿਜ਼ ਚਲੋ ਸਹੀ ਹੋ ਗਿਆ ਹੁਣ। ਅੱਛਾ ਮੈਂ ਹਾਫਿਜ਼ ਜੀ ਗਿਆ ਉੱਥੇ ਲਾਰੀਸਾ ਸਟੇਸ਼ਨ ਤੇ ਜਾ ਕੇ, ਠੀਕ ਹੈ। ਉੱਥੇ ਮੈਂ ਆਪਣਾ ਜਿਹੜਾ ਨਾ ਹਾਂ ਉੱਥੇ ਮੈਂ ਇੰਝ ਖਲੋਤਾ ਪਰਚੀ ਲੈ ਕੇ। ਅੱਛਾ ਤੇ ਉਹ ਮੈਨੂੰ ਵੇਖ ਕੇ ਨਾ ਬੰਦਾ ਅਫਗਾਨੀ ਹੀ ਤਰਜਮਾਨ ਹੀ ਉੱਥੇ, ਉਹ ਮੈਨੂੰ ਵੇਖ ਕੇ ਆਂਦਾ ਤੂੰ ਕੀ ਲੈਣ ਆਇਆ, ਤੂੰ ਕਿੱਥੇ ਆਇਆ ਵੇਂ, ਕੀ ਕਹਿਣਾ, ਤੂੰ ਕੀ ਕਰਨਾ ਆ? ਮੈਂ ਕਿਹਾ ਮੈਂ ਕਾਰਡ ਬਣਾਉਣਾ। ਆਂਦਾ ਕੀ ਵਜ੍ਹਾ ਪਾਕਿਸਤਾਨੀ ਕਿਉਂ ਆਇਆ? ਮੈਂ ਕਿਹਾ ਮੈਂ ਗੁਰਬਤ ਦੀ ਵਜ੍ਹਾ ਨਾਲ ਆਇਆ ਤੇ ਮੈਂ ਬੜਾ ਹੀ ਗਰੀਬ ਹਾਂ, ਉੱਥੇ ਮੇਰੀਆਂ 6 ਭੈਣਾਂ ਨੇ। ਉਹ ਆਂਦਾ ਉਹਨੇ ਪਹਿਲਾਂ ਇੱਕ ਵਾਰੀ ਮੇਰੇ ਵੱਲੋਂ ਵੇਖਿਆ, ਫਿਰ ਉਹਨੇ ਮੇਰੀ ਗੱਲ ਵੱਲੋਂ ਵੇਖਿਆ, ਨਾ ਕਿਹਾ ਚੱਲ ਠੀਕ ਹੈ ਬਹਿ ਜਾ ਉੱਥੇ। ਅੱਛਾ ਉਹਨੇ ਮੈਨੂੰ ਇੱਕ ਟੋਕਨ ਦਿੱਤਾ, ਟੋਕਨ ਲੈ ਕੇ ਆਂਦਾ ਉਹ ਤੇਰਾ ਪਰਲੇ ਰੂਮ ਦੇ ਵਿੱਚ ਤੇਰਾ ਇੰਟਰਵਿਊ, ਉੱਥੇ ਆਪਣਾ ਇੰਟਰਵਿਊ ਦੇ। ਮੈਂ ਪਰਚੀ ਦਿੱਤੀ, ਉਹਨੇ ਟੋਕਨ ਦਿੱਤਾ ਤਰੀਫਦਾਇਸ਼ ਤੇ। ਅੱਛਾ ਤੇ ਉਹਨੇ ਆਖਿਆ, ਉਹਨਾਂ ਮੈਂ ਇੰਟਰਵਿਊ ਦਿੱਤਾ ਤੇ ਮੈਨੂੰ ਇੱਕ ਗਰੀਕਨ ਸੀ, ਇੱਕ ਕੁੜੀ ਸੀ, ਮੈਨੂੰ ਉਹਦਾ ਨਾਂ ਵੀ ਯਾਦ, ਮਾਰੀਆ ਦਾ ਨਾਂ ਸੀ, ਤੇ ਇੱਕ ਅਫਗਾਨੀ ਸੀ ਪਤਲਾ ਜਿਹਾ ਮੁੰਡਾ। ਉਹਨੇ ਮੈਨੂੰ ਸਾਰਾ ਕੁਝ ਪੁੱਛਿਆ। ਦੋਸਤੋ ਜਿਹੜਾ ਬੰਦਾ ਉੱਥੇ ਇੰਟਰਵਿਊ ਦਵੋ ਨਾ, ਤੁਸੀਂ ਇਹ ਨਹੀਂ ਦੱਸਣਾ ਮੇਰਾ ਯੂਨਾਨ ਦੇ ਵਿੱਚ ਅੱਬਾ ਵੇ, ਚਾਚਾ ਵੇ, ਮਾਮਾ ਵੇ, ਤਾਇਆ ਵੇ, ਖਾਲਾ ਦਾ ਮੁੰਡਾ ਹੈ। ਇਹ ਗਲਤੀ ਦੇ ਨਾਲ ਵੀ ਨਹੀਂ ਤੁਸੀਂ ਦੱਸਣਾ ਹੈ, ਠੀਕ ਹੈ। ਉਹਨਾਂ ਮੇਰੇ ਕੋਲ ਇੰਟਰਵਿਊ ਲਿਆ, ਨਾ ਪਾਕਿਸਤਾਨ ਨੂੰ ਕਿੰਜ ਆਇਆ ਮੈਂ, ਇੱਥੇ ਕਿਹਦੇ ਕੋਲ ਰਹਿਣਾ, ਮੈਂ ਇੱਥੇ ਨਹੀਂ ਦੱਸਿਆ। ਮੈਂ ਕਿਹਾ ਮੇਰਾ ਇੱਥੇ ਦੋਸਤ ਹੈ, ਮੈਂ ਉਹਦੇ ਕੋਲ ਰਹਿਣ ਡਿਆ ਵਾਂ ਤੇ ਮੈਂ ਉੱਥੇ ਹੀ ਖਰਚਾ ਦੇਣ ਡਿਆ, ਮੇਰਾ ਇੱਥੇ ਕੋਈ ਰਿਸ਼ਤੇਦਾਰ ਨਹੀਂ ਹੈ। ਉਹਨਾਂ ਮੈਂ ਹੁਣ ਮੇਰੇ ਕਾਰਡ ਦਾ ਕੀ ਬਣੇਗਾ? ਆਂਦੇ ਨੇ ਤੇਰੀ ਉਮਰ ਜਿਹੜੀ ਹੁਣ ਮਹੀਨਾ ਰਹਿ ਗਿਆ 18 ਸਾਲ ਹੋਣ ਦੇ ਵਿੱਚ, ਤੇ ਅਸੀਂ ਕੋਸ਼ਿਸ਼ ਕਰਾਂਗੇ। ਉਂਝ ਕਾਰਡ ਬੜੀ ਲੇਟ ਆਉਂਦਾ।